ਮਤਲਬ ਡਾਂਸ ਦੀ ਡਿਗਰੀ ਇੱਦਾਂ ਨਹੀਂ ਲਈ ਜਾਂਦੀ ਵੀ ਕਿ ਤੁਸੀਂ ਨੱਚ ਕੇ ਵੀ ਨਹੀਂ ਦੇਖਿਆ ਤਾਂ ਕਿਤਾਬਾਂ ਪੜ੍ਹ ਕੇ ਡਾਂਸ ਦੀ ਡਿਗਰੀ ਲੈ ਲਈ। ਲਿਟਰੇਚਰ ਦੇ ਵਿੱਚ ਹੁੰਦਾ ਹੀ ਰਿਹਾ ਵੀ ਕਿਤਾਬਾਂ ਪੜ੍ਹਨੀਆਂ, ਉਹਨੇ ਇਹ ਕਹਿੰਦਾ ਇਹ ਕਿ ਤਾਂ ਜਦੋਂ ਤੱਕ ਤੁਸੀਂ ਇੱਕ 4 ਲਾਈਨ ਆਪ ਨਹੀਂ ਲਿਖੀਆਂ ਤੁਹਾਨੂੰ ਕੀ ਪਤਾ ਕਿ ਕਹਾਣੀ ਹੁੰਦੀ ਕੀ ਹੈ। ਬਹੁਤ ਸਾਰੇ ਲੋਕਾਂ ਨੇ ਕੰਮ ਇੱਦਾਂ ਸੋਚਣਾ ਸ਼ੁਰੂ ਕਰਤਾ ਕਿਤਾਬ ਪੜ੍ਹਨੀ ਹੈ, ਇਹਦੇ 'ਚ ਜੈਂਡਰ ਦੇ ਮਸਲੇ ਕੀ ਹੈ, ਇਹਦੇ 'ਚ ਕਾਸਟ ਦੇ ਮਸਲੇ ਕੀ ਹੈ, ਜੇ ਕਲਾਸ ਦੇ ਮਸਲੇ ਕੀ ਹੈ। ਜੇ ਇਹੀ ਕੁਛ ਦੇਖਣਾ ਸੀ ਤਾਂ ਫਿਰ ਸੋਸ਼ਲ ਸਾਇੰਸਿਸ ਹੀ ਕਰ ਲਓ, ਸਾਹਿਤ ਕਾਹਦੇ ਲਈ ਪੜ੍ਹਨਾ। ਸੋ ਥਿਊਰੀ ਦੇ ਨਾਲ ਇੱਕ ਇਹ ਨੁਕਸਾਨ ਹੋਇਆ ਕਿ ਲਿਟਰੇਚਰ ਦੇ ਐਸਥੈਟਿਕ ਐਸਪੈਕਟ ਨੂੰ ਜਾਂ ਤਾਂ ਪੋਲੀਟੀਕਲੀ ਦੇਖਿਆ ਗਿਆ ਜਾਂ ਨਜ਼ਰਅੰਦਾਜ਼ ਕਰ। ਮੈਨੂੰ ਨਹੀਂ ਪਤਾ ਕਿ ਲਿਟਰੇਚਰ ਪੜ੍ਹਨਾ ਕਿੱਦਾਂ ਚਾਹੀਦਾ, ਪਰ ਅੱਜ ਮੈਂ ਮਹਿਸੂਸ ਕਰਦਾ ਕਿ ਮੈਂ ਜੇ ਲਿਟਰੇਚਰ ਪੜ੍ਹਦਾ ਤਾਂ ਮੈਂ ਕੋਸ਼ਿਸ਼ ਇਹ ਕਰਦਾ ਕਿ ਇਹ ਦੇਖ ਸਕਾਂ ਕਿ ਇਹ ਸਿਰਜਿਆ ਕਿੱਦਾਂ ਗਿਆ ਹੈ। ਸਰ, ਇੱਕ ਤਾਂ ਜਿਹੜੇ ਸਾਹਿਤ ਨੂੰ ਪੜ੍ਹਨ ਦੀ ਗੱਲ ਆ ਕਿ ਕਿਵੇਂ ਪੜ੍ਹਨਾ ਚਾਹੀਦਾ, ਕਿਉਂਕਿ ਜੇ ਅਸੀਂ ਦੇਖੀਏ ਤਾਂ ਜਿਹੜੇ ਦੌਰ 'ਚ ਪਿਛਲਾ ਦੌਰ ਸਾਡੇ ਕੋਲ ਕਰਿਆ ਜਿਹਦੇ 'ਚ ਸਾਹਿਤ ਸਿਧਾਂਤ ਜਾਂ ਥੀਰੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਬਹੁਤ ਜ਼ਿਆਦਾ ਉੱਭਰ ਕੇ ਆਈ, ਉਹਨਾਂ ਰਾਹੀਂ ਅਸੀਂ ਚੀਜ਼ਾਂ ਨੂੰ ਦੇਖਣ ਲੱਗ ਪਏ ਅਤੇ ਇੱਕ ਹੋਰ ਤਰ੍ਹਾਂ ਨਾਲ ਕਿਸੇ ਟੈਕਸਟ ਦੀ ਆਲੋਚਨਾ ਕਰਨ ਲੱਗ ਪਏ, ਕਿਉਂਕਿ ਸਾਡਾ ਦੇਖਣ ਦਾ ਨਜ਼ਰੀਆ ਹੀ ਬਦਲ ਗਿਆ। ਅਸੀਂ ਉਸ ਇੱਕ ਥਿਓਰੈਟੀਕਲ ਫਰੇਮਵਰਕ ਰਾਹੀਂ ਚੀਜ਼ਾਂ ਨੂੰ ਵੇਖਣ ਲੱਗ ਗਏ। ਇੱਕ ਉਸ ਤੋਂ ਪਹਿਲਾਂ ਵੀ ਸੀ ਲੋਕ ਪੜ੍ਹਦੇ ਸੀ, ਆਪਣੇ ਹਿਸਾਬ ਨਾਲ ਚੀਜ਼ਾਂ ਦੀ ਪੁਣ ਛਾਣ, ਉਹਨਾਂ ਬਾਰੇ ਆਪਣੀ ਰਾਏ ਸੁਝਾਅ ਦਿੰਦੇ ਸੀਗੇ। ਅਤੇ ਹੁਣ ਮੈਨੂੰ ਲੱਗਦਾ ਉਸ ਤੋਂ ਇੱਕ ਅਗਲਾ ਦੌਰ ਵੀ ਆ। ਇਹ ਜਿਹੜਾ ਥੀਰੀ ਤੋਂ ਪਹਿਲਾਂ ਦਾ, ਫਿਰ ਉਸ ਥੀਰੀ ਦੇ ਇੱਕ ਤਰ੍ਹਾਂ ਨਾਲ ਡੋਮੀਨੈਂਟ ਦੌਰ ਸੀਗਾ ਜਿਸ 'ਚ ਉਹ ਆਪਣਾ ਪੂਰਾ ਪ੍ਰਭਾਵ ਪਾਉਂਦੀ ਆ ਜੀ, ਅਤੇ ਹੁਣ ਉਸ ਤੋਂ ਇੱਕ ਅਗਲਾ ਦੌਰ। ਇਹਦੇ ਤਿੰਨਾਂ ਬਾਰੇ ਕੁਛ ਤੁਹਾਡੇ ਕੀ ਵਿਚਾਰ ਆ ਕਿ ਕਿਸ ਤਰ੍ਹਾਂ ਦਾ ਫਰਕ ਪਿਆ ਸਾਹਿਤ ਨੂੰ ਪੜ੍ਹਨ ਦਾ ਜਾਂ ਕਿਵੇਂ ਪੜ੍ਹਨਾ ਚਾਹੀਦਾ? ਦੇਖੋ, ਇਹ ਸਾਹਿਤ ਨਾਲ ਜੁੜੇ ਹੋਏ ਭਾਸ਼ਾ ਦੇ ਯੂਨੀਵਰਸਿਟੀਆਂ ਦੇ ਵਿਭਾਗਾਂ ਦੀ ਫਿਤਰਤ ਦਾ ਇੱਕ ਤਾਂ ਮਸਲਾ ਹੈ। ਦੂਸਰੇ ਪਾਸੇ ਇਹ ਵੀ ਮਸਲਾ ਹੈ ਕਿ ਸਾਹਿਤ ਲਿਖਿਆ ਕਿਹਦੇ ਲਈ ਜਾਂਦਾ ਹੈ। ਅਸੀਂ ਅਧਿਆਪਕ ਹਾਂ ਜਾਂ ਆਲੋਚਕ ਹਾਂ ਤਾਂ ਸਾਨੂੰ ਇਹ ਭੁਲੇਖਾ ਰਹਿੰਦਾ ਵੀ ਸਾਡੇ ਵਰਗਿਆਂ ਨਹੀਂ ਲਿਖਿਆ ਜਾਂਦਾ ਹੈ। ਦਰਅਸਲ ਲੇਖਕ ਮੇਰੇ ਖਿਆਲ ਜੇ ਚੰਗਾ ਲੇਖਕ ਹੈ ਤਾਂ ਉਹ ਇਹ ਸੋਚ ਕੇ ਨਹੀਂ ਲਿਖਦਾ ਕਿ ਕਿਸੇ ਪ੍ਰੋਫੈਸਰ ਨੇ ਪੜ੍ਹਨਾ ਜਾਂ ਆਲੋਚਕ ਨੇ ਪੜ੍ਹਨਾ ਤਾਂ ਮੈਂ ਉਹਦੇ ਮੁਤਾਬਕ ਲਿਖਦੇ ਹਾਂ। ਮੈਂ ਉਸ ਲਈ ਇੱਕ ਟਰਮ ਕਿਸੇ ਵੇਲੇ ਬਣਾਈ ਸੀ ਜਿਹੜੀ ਡਾਇਸਪੋਰਾ ਲਿਟਰੇਚਰ ਸੀ ਕਿ ਰੈਸਿਪੀ ਫਿਕਸ਼ਨ ਹੈ। ਜਿਸ ਤਰ੍ਹਾਂ ਇੱਕ ਖਾਸ ਨੁਸਖੇ ਦੇ ਮੁਤਾਬਕ ਤੁਸੀਂ ਇੱਕ ਡਿਸ਼ ਤਿਆਰ ਕਰਦੇ ਹੋ ਵੀ ਇਹ ਬਾਹਰ ਬੈਠੇ ਹੋਏ ਪੰਜਾਬੀ ਪਾਠਕਾਂ ਨੇ ਪੜ੍ਹਨੀ ਹੈ, ਜਿਹੜੀ ਅੰਗਰੇਜ਼ੀ ਪੜ੍ਹ ਸਕਦੇ ਉਸ ਲਈ ਉੱਦਾਂ ਦੀ ਫਿਲਮ ਬਣਾ ਲਈ ਜਾਏ, ਉੱਦਾਂ ਦੀ ਕਿਤਾਬ ਲਿਖ ਲਈ ਜਾਏ। ਸੋ ਇੱਕ ਤਾਂ ਸਵਾਲ ਦੇਖੋ ਇਹ ਹੈ ਕਿ ਅਸੀਂ ਬੜੀ ਦੇਰ ਤੋਂ ਇਹ ਮੰਨਦੇ ਰਹੇ ਹਾਂ, ਖਾਸ ਤੌਰ 'ਤੇ ਜਦੋਂ ਤੋਂ ਮਾਰਕਸਿਜ਼ਮ ਦੇ ਮਤਲਬ ਇਹ ਕੀ ਕਹਿੰਦੇ ਆ ਕਿ ਦਾ ਆਉਣਾ ਜਾਣਾ ਹੋਇਆ ਵਿਭਾਗਾਂ ਦੇ ਵਿੱਚ ਸਾਹਿਤ ਵਾਲਿਆਂ ਨਾਲ, ਵੀ ਸਾਨੂੰ ਇੱਕ ਭੁਲੇਖਾ ਲੱਗ ਗਿਆ ਕਿ ਅਸੀਂ ਬੜੇ ਰੈਵੋਲੂਸ਼ਨਰੀ, ਬੜੇ ਰੈਡੀਕਲ, ਬੜੇ ਫਾਰਵਰਡ ਥਿੰਕਿੰਗ, ਬੜੇ ਪ੍ਰੋਗਰੈਸਿਵ ਹਾਂ। ਯੂਨੀਵਰਸਿਟੀ ਦਾ ਇੱਕ ਸੁਭਾਅ ਹੈ ਕਿ ਇਹ ਜਿੰਨਾ ਹੀ ਜ਼ਿਆਦਾ ਨਵੀਆਂ ਪੋਸੀਬਿਲਿਟੀਜ਼ ਦਾ ਸਪੇਸ ਹੈ ਓਨਾ ਹੀ ਜ਼ਿਆਦਾ ਕੰਜ਼ਰਵੇਟਿਵ ਵੀ ਹੈ ਜੀ। ਸਿਲੇਬਸ ਦਾ ਇੱਕ ਪੱਖ ਹੁੰਦਾ ਹੈ ਕਿ ਇਹ ਇੱਕ ਨਵੇਂ ਦਿਸਹੱਦੇ ਲੱਭਣ ਦਾ ਰਸਤਾ ਬਣਦਾ। ਦੂਸਰੇ ਪਾਸੇ ਇਹ ਵੀ ਬਣਦਾ ਹੈ ਕਿ ਕਿਤੇ ਕੁਛ ਨਵਾਂ ਲੱਭ ਨਾ ਜਾਏ ਉਹ ਤੋਂ ਲੁਕਣ ਦਾ ਵੀ ਬਣ ਜਾਂਦਾ ਹੈ ਨਾ। ਅਤੇ ਇੱਕ ਤਾਂ ਇਹ ਗੱਲ ਹੋਈ ਕਿ ਅਸੀਂ ਇਹ ਮੰਨ ਕੇ ਚੱਲੀਏ ਕਿ ਆਲੋਚਨਾ ਦੀਆਂ ਪਰੰਪਰਾਵਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਸਿਲੇਬਸਾਂ ਦੇ ਅਨੁਸਾਰ ਖੋਜ ਪ੍ਰਬੰਧਾਂ ਦੇ ਮੁਤਾਬਕ ਜਿਸ ਤਰ੍ਹਾਂ ਦੀ ਰਿਸਰਚ ਹੁੰਦੀ ਹੈ, ਜਿਸ ਤਰ੍ਹਾਂ ਸਾਹਿਤ ਪੜ੍ਹਿਆ ਜਾਂਦਾ ਹੈ, ਜ਼ਰੂਰੀ ਨਹੀਂ ਹੈ ਕਿ ਇਹ ਸਾਹਿਤ ਦੇ ਸੁਭਾਅ ਦੇ ਅਨੁਸਾਰ ਹੈ। ਦੂਜੀ ਗੱਲ ਕਿ ਇਹਦੇ ਵਿੱਚ ਜ਼ਰੂਰੀ ਤੌਰ 'ਤੇ ਕੋਈ ਨਵਾਂ ਹੀ ਹੈ, ਕਿਉਂਕਿ ਨਵਾਂ ਲੱਭਣਾ, ਨਵੇਂ ਦੇ ਪਿੱਛੇ ਹੀ ਤੁਰੇ ਰਹਿਣਾ, ਇਸ ਲਈ ਕੋਈ ਨਵਾਂ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਕੰਜ਼ਰਵੇਟਿਵ ਅਪਰੋਚ ਹੈ। ਕਿਉਂਕਿ ਇਹ ਵੀ ਇੱਕ ਪਰੰਪਰਾ ਬਣ ਗਈ ਹੈ ਕਿ ਨਵਾਂ ਕੀ ਕੀਤਾ ਹੈ। ਅਕਸਰ ਤੁਹਾਨੂੰ ਬੰਦੇ ਮਿਲਣਗੇ ਫਿਰ ਅੱਜ ਕੱਲ੍ਹ ਨਵਾਂ ਕੀ ਲਿਖ ਰਹੇ ਹੋ। ਜੇ ਨਾ ਲਿਖ ਰਹੇ ਹੋਏ, ਕੋਈ ਪੁਰਾਣਾ ਹੀ ਲਿਖ ਰਹੇ ਹੋਏ ਤਾਂ ਕੀ ਸਮੱਸਿਆ ਹੈ, ਕੋਈ ਪੁਰਾਣਾ ਹੀ ਪੜ੍ਹਦੇ ਹੋਏ ਤਾਂ ਕੀ ਸਮੱਸਿਆ ਹੈ। ਸੋ ਇੱਕ ਤਾਂ ਦੇਖੋ ਨਿਊ ਕ੍ਰਿਟਿਸਿਜ਼ਮ ਦਾ ਇੱਕ ਪੱਖ ਇਹ ਸੀ ਵੀ ਨਿਊ ਕ੍ਰਿਟਿਸਿਜ਼ਮ ਹਿਸਟਰੀ ਤੋਂ ਮੂੰਹ ਮੋੜ ਲੈਂਦਾ ਹੈ ਕਿ ਉਹ ਟੈਕਸਟ ਦੇ ਵਿੱਚ ਹੀ ਬੰਦ ਹੋ ਜਾਂਦਾ ਹੈ। ਲੇਕਿਨ ਅਗਰ ਤੁਸੀਂ ਉਸ ਤੋਂ ਵੀ ਪਿੱਛੇ ਚਲੋ ਜਾਂ ਉਸ ਦੌਰਾਨ ਕੁਛ ਬੰਦੇ ਨੇ ਜਿਹੜਾ ਆਪਣੀ ਮਰਜ਼ੀ ਦਾ ਕੰਮ ਕੀਤਾ, ਯਾਨੀ ਜੇ ਅਸੀਂ ਟਰੈਂਡ ਛੱਡ ਦਈਏ ਤਾਂ ਸਾਹਿਤ ਦੇ ਵਿੱਚ ਕਦੀ ਵੀ ਇਤਿਹਾਸ ਨੂੰ, ਰਾਜਨੀਤੀ ਨੂੰ, ਜਜ਼ਬਾਤ ਨੂੰ ਔਰ ਬਿਲਕੁਲ ਤੁਹਾਡੇ
ਕਦੀ ਵੀ ਸਾਹਿਤ ਬਿਲਕੁਲ ਅੰਦਰ ਨੂੰ ਨਹੀਂ ਮੁੜਿਆ, ਕਦੀ ਬਿਲਕੁਲ ਬਾਹਰ ਨੂੰ ਮੋੜ ਕੇ ਆਪਣੇ ਆਪ ਨੂੰ ਸ਼ੀਸ਼ਾ ਬਣਾ ਕੇ, ਦਰਪਣ ਬਣਾ ਕੇ ਬੈਠਾ ਨਹੀਂ ਰਿਹਾ। ਸੋ ਨਿਊ ਕ੍ਰਿਟਿਸਿਜ਼ਮ ਨੇ ਕਿਹਾ ਜਾਂਦਾ ਵੀ ਕੀ ਗੱਲ ਕੀਤੀ ਕਿ ਉਹ ਅੰਦਰ ਨੂੰ ਮੁੜ ਗਿਆ, ਕਾਫੀ ਹੱਦ ਤੱਕ ਠੀਕ ਹੈ। ਲੇਕਿਨ ਜਦੋਂ ਨਿਊ ਕ੍ਰਿਟਿਸਿਜ਼ਮ ਲਿਟਰੇਚਰ ਨੂੰ ਐਵੇਂ ਪੜ੍ਹਦਾ ਹੈ ਵੀ ਇਹ ਕੀਟਸ ਦੀ ਪੋਇਮ ਹੈ, ਤਾਂ ਉਹ ਕਹਿ ਹੀ ਦੇਣਾ ਵੀ ਕੀਟਸ ਦੀ ਪੋਇਮ, ਪਰ ਉਸ ਇਕੱਲੀ ਪੋਇਮ ਨੂੰ ਤੁਸੀਂ ਕਲੋਜ਼ਲੀ ਪੜ੍ਹਦੇ ਦਾ ਮਤਲਬ ਹੈ ਕੀਟਸ ਨੂੰ ਛੱਡਦੇ ਤਾਂ ਨਹੀਂ ਨਾ ਪਏ, ਤੁਸੀਂ ਉਹਦੇ ਇੱਕ ਐਸਥੈਟਿਕ ਡਿਜ਼ਾਈਨ ਨੂੰ ਪੜ੍ਹਦੇ ਹੋ ਜੀ। ਇਹ ਇੱਕ ਮਤਲਬ ਅਜ਼ਿਊਮਡ ਫੈਕਟ ਹੈ ਕਿ ਅਸੀਂ ਮੰਨਦੇ ਹਾਂ ਵੀ ਇਹਦਾ ਆਰਕੀਟੈਕਚਰ, ਐਸਥੈਟਿਕ ਆਰਕੀਟੈਕਚਰ ਟਾਈਮ ਨਾਲ ਬਾਉਂਡ ਹੈ, ਔਰ ਕ੍ਰਿਟਿਕ ਵੀ ਟਾਈਮ ਦਾ ਪਾਰਟ ਹੈ, ਉਹਨੂੰ ਛੱਡ ਕੇ ਨਹੀਂ ਬੈਠਾ। ਲੇਕਿਨ ਜਦੋਂ ਥਿਊਰੀ ਦਾ ਦੌਰ ਸ਼ੁਰੂ ਹੁੰਦਾ ਹੈ 50, 60, 70s, ਔਰ ਇੱਥੇ ਚਲਦੇ ਚਲਦੇ ਤਾਂ 90s ਹੀ ਹੋ ਜਾਂਦੇ, ਪਰ ਇੱਥੇ ਇੱਦਾਂ ਲੱਗਦਾ ਵੀ ਹਿੰਦੁਸਤਾਨ ਜਾ ਕੇ ਮੈਚੋਰ ਹੀ ਨਹੀਂ ਹੁੰਦਾ, ਔਰ ਬਹੁਤ ਸਾਰੇ ਦੇਸ਼ਾਂ 'ਚ ਨਹੀਂ ਹੁੰਦਾ। ਰਾਈਟ, ਅਮਰੀਕਾ ਦੇ ਵਿੱਚ ਉਹ ਕਮਰਸ਼ੀਅਲਾਈਜ਼ ਹੋ ਜਾਂਦਾ ਹੈ ਯੂਰਪ ਤੋਂ ਨਿਕਲਦੇ ਹੋਏ। ਪਰ ਜਦੋਂ ਤੁਸੀਂ ਉਹ ਪੋਲੈਂਡ ਵਗੈਰਾ ਦਾ ਲਿਟਰੇਚਰ ਦੇਖਦੇ ਹੋ, ਸਪੇਨ ਦਾ ਦੇਖਦੇ ਹੋ, ਤਾਂ ਲੱਗਦਾ ਵੀ ਸ਼ਾਇਦ ਉੱਧਰ ਨੂੰ ਇਹਨੇ ਕਦੇ ਦੇਖਿਆ ਹੀ ਨਹੀਂ, ਜਾਂ ਹੋਰ ਤਰ੍ਹਾਂ ਪੇਸ਼ ਕੀਤਾ ਗਿਆ। ਸਿੱਖਿਊ ਨੇ ਜਿਹੜਾ ਕੰਮ ਕੀਤਾ ਉਹ ਪੋਇਟਿਕ ਵੀ ਹੈ, ਐਸੇਸਟਿਕ ਵੀ ਹੈ, ਥਿਓਰੈਟੀਕਲ ਵੀ ਹੈ, ਫਿਲੋਸੋਫੀਕਲ ਵੀ ਹੈ, ਸਭ ਕੁਝ ਹੀ ਹੈ। ਥਿਊਰੀ ਨੇ ਸੰਭਾਵਨਾ ਇਹ ਖੋਲ੍ਹੀਆਂ ਸੀ ਨਾ, ਪਰ ਥਿਊਰੀ ਆਪਣੇ ਆਪ ਦੇ ਵਿੱਚ ਇੱਕ ਕੰਜ਼ਰਵੇਟਿਵ ਪ੍ਰਿਜ਼ਨ ਬਣ ਗਈ ਵੀ ਇੱਦਾਂ ਹੀ ਟੈਕਸਟ ਪੜ੍ਹਨੀ ਹੈ। ਸੋ ਰਿਜ਼ਲਟ ਕੀ ਹੋਇਆ ਕਿ ਬਹੁਤ ਸਾਰੇ ਲੋਕਾਂ ਨੇ ਕੰਮ ਇੱਦਾਂ ਹੀ ਸੋਚਣਾ ਸ਼ੁਰੂ ਕਰਤਾ, ਕਿਤਾਬ ਪੜ੍ਹਨੀ ਹੈ, ਇਹਦੇ 'ਚ ਜੈਂਡਰ ਦੇ ਮਸਲੇ ਕੀ ਹੈ, ਇਹਦੇ 'ਚ ਕਾਸਟ ਦੇ ਮਸਲੇ ਕੀ ਹੈ, ਜੇ ਕਲਾਸ ਦੇ ਮਸਲੇ ਕੀ ਹੈ। ਜੇ ਇਹੀ ਕੁਝ ਦੇਖਣਾ ਸੀ ਤਾਂ ਫਿਰ ਸੋਸ਼ਲ ਸਾਇੰਸਿਸ ਹੀ ਕਰ ਲਓ, ਸਾਹਿਤ ਕਾਹਦੇ ਲਈ ਪੜ੍ਹਨਾ, ਕਹਾਣੀਆਂ ਕਹਿਣ ਦੀ ਕੀ ਲੋੜ ਹੈ। ਮਤਲਬ ਬੰਦਾ ਕੋਈ ਕਾਲਾ ਹੈ, ਕੋਈ ਔਰਤ ਕਾਲੀ ਹੈ, ਉਹਦੀ ਇਨਕਮ ਕਿੰਨੀ ਹੈ, ਅਸੀਂ ਆਪਣੇ ਵਿੱਚੋਂ ਸਾਰਾ ਕੁਝ ਕੱਢ ਦਈਏ ਤਾਂ ਬਾਕੀ ਕੁਝ ਬਚਦਾ ਨਹੀਂ, ਦੂਜੇ ਮਨੁੱਖ 'ਚੋਂ ਕੱਢ ਦਈਏ ਬਾਕੀ ਕੁਝ ਬਚਦਾ ਨਹੀਂ। ਸਾਹਿਤ ਤਾਂ ਉਸ ਨਾਲ ਡੀਲ ਕਰਦਾ ਹੈ ਜਿਹੜਾ ਸਾਰੀਆਂ ਲੇਬਲਸ ਤੋਂ ਬਾਅਦ ਬਚ ਖੁਦ ਜਾਂਦਾ ਹੈ ਔਰ ਉਸ ਤੋਂ ਪਾਰ ਹੁੰਦਾ ਹੈ ਨਾ। ਸੋ ਥਿਊਰੀ ਦੇ ਨਾਲ ਇੱਕ ਇਹ ਨੁਕਸਾਨ ਹੋਇਆ ਕਿ ਲਿਟਰੇਚਰ ਦੇ ਐਸਥੈਟਿਕ ਐਸਪੈਕਟ ਨੂੰ ਜਾਂ ਤਾਂ ਪੋਲੀਟੀਕਲੀ ਦੇਖਿਆ ਗਿਆ ਜਾਂ ਨਜ਼ਰਅੰਦਾਜ਼ ਕਰਤਾ ਗਿਆ। ਦੂਸਰੀ ਗੱਲ, ਉਹਦੀ ਯੂਨੀਵਰਸੈਲਿਟੀ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਅਗਰ ਮੈਂ ਕੋਈ ਜਰਮਨ ਨਾਵਲ ਪਿਆਰ ਨਾਲ ਪੜ੍ਹਦਾ ਹਾਂ, ਸਵਾਦ ਨਾਲ ਪੜ੍ਹਦਾ, ਇਹਦਾ ਮਤਲਬ ਕੋਈ ਯੂਨੀਵਰਸੈਲਿਟੀ ਹੈਗੀ ਹੈ ਨਾ। ਔਰ ਦੂਸਰੀ ਗੱਲ ਹੈ ਯੂਨੀਵਰਸੈਲਿਟੀ ਦੀ ਮੈਨੂੰ ਲੋੜ ਕਿਉਂ ਹੈ, ਕਿਉਂਕਿ ਉਹ ਮੇਰੇ ਤੋਂ ਵੱਖ ਵੀ ਤਾਂ ਹੈ ਨਾ। ਯੂਨੀਵਰਸੈਲਿਟੀ ਦੀ ਕੰਡੀਸ਼ਨ ਹੈ ਕੋਈ ਯੂਨੀਵਰਸਲ ਨਹੀਂ ਹੁੰਦੀ, ਇੰਡੀਵਿਜੂਅਲਿਟੀ ਦੀ ਕੰਡੀਸ਼ਨ ਹੈ ਕੋਈ ਇੰਡੀਵਿਜੂਅਲ ਨਹੀਂ ਹੁੰਦੀ, ਯੂਨੀਵਰਸਲ ਵੀ ਹੁੰਦੀ ਹੈ। ਸੋ ਆਪੋਜ਼ਿਟ ਹੋਣਾ ਜ਼ਰੂਰੀ ਹੈ। ਹੁਣ ਕੀ ਹੋ ਗਿਆ ਕਿ ਸਭ ਤੋਂ ਵੱਡੀ ਕਾਰਡ ਦੇਖੋ ਜੋ ਮੈਨੂੰ ਲੱਗੀ, ਔਰ ਜੋ ਸਾਹਿਤ ਦੇ ਵਿਭਾਗਾਂ ਦੇ ਵਿੱਚ ਜਿਸ ਦੀ ਮਾਰ ਬਹੁਤ ਵੱਡੀ ਹੈ। ਤੁਸੀਂ ਫਿਜ਼ਿਕਸ ਡਿਪਾਰਟਮੈਂਟ ਦੇਖ ਲਓ ਕਿੱਦਾਂ ਕਰਦਾ ਕੰਮ, ਬੋਟਨੀ ਵਾਲਾ ਦੇਖ ਲਓ, ਮਿਊਜ਼ਿਕ ਵਾਲੇ ਦੇਖ ਲਓ, ਡਾਂਸ ਵਾਲੇ ਦੇਖ ਲਓ, ਪੇਂਟਿੰਗ ਵਾਲੇ ਦੇਖ ਲਓ, ਉਹ ਸਾਰੇ ਕੰਮ ਕਰਨਾ ਵੀ ਸਿਖਾਉਂਦੇ। ਮਤਲਬ ਡਾਂਸ ਦੀ ਡਿਗਰੀ ਇੱਦਾਂ ਨਹੀਂ ਲਈ ਜਾਂਦੀ ਵੀ ਕਿ ਤੁਸੀਂ ਨੱਚ ਕੇ ਵੀ ਵੇਖਿਆ ਤਾਂ ਕਿਤਾਬਾਂ ਪੜ੍ਹ ਕੇ ਡਾਂਸ ਦੀ ਡਿਗਰੀ ਲੈ ਲਈ। ਲਿਟਰੇਚਰ ਦੇ ਵਿੱਚ ਹੁੰਦਾ ਹੀ ਰਿਹਾ ਵੀ ਕਿਤਾਬਾਂ ਪੜ੍ਹ ਲਈਆਂ, ਉਹਨੇ ਇਹ ਕਹਿੰਦਾ ਇਹ ਕਿ ਤਾਂ ਜਦੋਂ ਤੱਕ ਤੁਸੀਂ ਇੱਕ 4 ਲਾਈਨ ਆਪ ਨਹੀਂ ਲਿਖੀਆਂ ਤੁਹਾਨੂੰ ਕੀ ਪਤਾ ਕਿ ਕਹਾਣੀ ਹੁੰਦੀ ਕੀ, ਨਿਬੰਧ ਹੁੰਦਾ ਕੀ। ਮੈਂ ਮਹਿਸੂਸ ਕਰਦਾ ਕਿ ਮੇਰੀ ਆਪਣੀ ਐਜੂਕੇਸ਼ਨ ਦੀ ਸਭ ਤੋਂ ਵੱਡੀ ਗਰੀਬੀ ਹੀ ਇਹ ਰਹੀ ਹੈ ਕਿ ਸਾਨੂੰ ਕਦੀ ਕਿਸੇ ਦੇ ਇਸ ਵੱਲ ਮੋੜਿਆ ਹੀ ਨਹੀਂ ਵੀ ਇਹ ਕਿਤਾਬ ਬਣਾਈ ਕਿੱਦਾਂ ਗਈ ਹੈ। ਇਹ ਲੇਖਕ ਨੇ ਇੰਨਾ ਸੋਹਣਾ ਲਿਖਿਆ, ਹਾਂ ਜੀ ਬਹੁਤ ਸੋਹਣਾ ਲਿਖਿਆ, ਮੈਂ ਵੀ ਇੱਦਾਂ ਲਿਖ ਕੇ ਕੋਸ਼ਿਸ਼ ਕਰਨੀ, ਪਰ ਇਹ ਲਿਖਣ ਦਾ ਤਰੀਕਾ ਕੀ ਹੈ, ਟੈਕਨੀਕ ਕੀ ਹੈ, ਮਕੈਨਿਕਸ ਕੀ ਹੈ, ਇਹ ਨਹੀਂ ਸਿਖਾਇਆ ਗਿਆ। ਸੋ ਮੈਨੂੰ ਨਹੀਂ ਪਤਾ ਕਿ ਲਿਟਰੇਚਰ ਪੜ੍ਹਨਾ ਕਿੱਦਾਂ ਚਾਹੀਦਾ, ਪਰ ਅੱਜ ਮੈਂ ਮਹਿਸੂਸ ਕਰਦਾ ਕਿ ਮੈਂ ਜੇ ਲਿਟਰੇਚਰ ਪੜ੍ਹਦਾ ਤਾਂ ਮੈਂ ਕੋਸ਼ਿਸ਼ ਇਹ ਕਰਦਾ ਕਿ ਸਮਝਣ ਦੀ ਕੋਸ਼ਿਸ਼ ਇਹ ਦੇਖ ਸਕਾਂ ਕਿ ਇਹ ਸਿਰਜਿਆ ਕਿੱਦਾਂ ਗਿਆ ਹੈ, ਇਹ ਲੇਖਕ ਵਾਕ ਬਣਾਉਂਦਾ ਕਿੱਦਾਂ ਹੈ, ਇਹ ਸ਼ਬਦ ਚੁਣਦਾ ਕਿੱਦਾਂ ਹੈ, ਇਹ ਆਪਣੀ ਗੱਲ ਕਹਿੰਦਾ ਕਿਉਂ ਹੈ, ਕਿੱਥੋਂ ਲੈ ਕੇ ਆਉਂਦਾ, ਕਿੱਦਾਂ ਕਹਿੰਦਾ ਹੈ। ਯਾਨੀ ਮੈਂ ਇੱਕ ਮਿਸਤਰੀ ਦੀ ਤਰ੍ਹਾਂ ਕੋਸ਼ਿਸ਼ ਕਰਦਾ ਕਿ ਸਾਹਿਤ ਨੂੰ ਪੜ੍ਹਾਂ, ਮਕੈਨਿਕ ਦੀ ਤਰ੍ਹਾਂ ਪੜ੍ਹਾਂ, ਪੁਰਜੇ ਖੋਲ੍ਹ ਕੇ ਪੜ੍ਹਾਂ। ਉਸ ਦੇ ਨਾਲ ਖੂਬਸੂਰਤੀ ਜਾਂਦੀ ਥੋੜ੍ਹੀ। ਹੁਣ ਜੇ ਅਸੀਂ ਕਹਿ ਦਈਏ ਵੀ ਇੱਕ ਡਾਕਟਰ ਨੂੰ ਪਤਾ ਹੁੰਦਾ ਕਿ ਬੰਦੇ ਦੀ ਬੋਡੀ ਕੀ ਹੈ, ਕਿ ਡਾਕਟਰਾਂ ਨੂੰ ਪਿਆਰ ਨਹੀਂ ਹੁੰਦਾ, ਮੁਹੱਬਤ ਨਹੀਂ ਹੁੰਦੀ। ਉਹ ਮਤਲਬ ਉਹ ਇਸ਼ਕ ਦੇ ਵਿੱਚ ਪੈ ਕੇ ਇਹੀ ਦੇਖਦੇ ਰਹਿੰਦੇ ਇਹਦੇ ਕਿੰਨੇ ਲੀਟਰ ਖੂਨ ਹੈ ਅਤੇ ਇਹਦੀ ਕਿੰਨੇ ਕਿਲੋ ਹੱਡੀਆਂ ਹੈਗੀਆਂ। ਬੰਦੇ ਨਾਲ ਤਾਂ ਪਿਆਰ ਹੋਣਾ ਹੀ ਹੈ ਨਾ। ਸੋ ਜਿਹੜੀ ਉਹ ਮਿਸਟਰੀ ਹੈ ਉਹ ਜਾਂਦੀ ਨਹੀਂ ਕਿਤੇ, ਰਾਦਰ ਮਿਸਟਰੀ ਹੋਰ ਗਹਿਰਾਈ ਹੋ ਜਾਂਦੀ, ਗਹਿਰਾ ਜਾਂਦੀ। ਜਿਵੇਂ ਸਰ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਦੋਂ ਸਾਹਿਤ ਸਿਧਾਂਤ ਆਇਆ, ਈਵਨ ਜੋ ਮਾਰਕਸਵਾਦ ਦੀ ਗੱਲ ਤੁਸੀਂ ਕੀਤੀ ਹੈ ਜੀ, ਈਵਨ ਪੰਜਾਬੀ ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਮਾਰਕਸਵਾਦ ਆਇਆ ਤਾਂ ਉਹਦਾ ਇੱਕ ਤਰ੍ਹਾਂ ਨਾਲ ਪ੍ਰੈਸ਼ਰ ਲੇਖਕ ਤੇ ਵੀ ਪਿਆ ਜੀ, ਕਿਉਂਕਿ ਜਦੋਂ ਅੰਮ੍ਰਿਤਾ ਪ੍ਰੀਤਮ ਤੇ ਮੋਹਨ ਸਿੰਘ ਲਿਖ ਰਹੇ ਸੀ, ਇੱਕ ਖਾਸ ਤਰ੍ਹਾਂ ਦੀ ਕਵਿਤਾ, ਇੱਕ ਰੋਮਾਂਟਿਕ ਕਵਿਤਾ, ਮਿਡਲ ਸ਼੍ਰੇਣੀ ਦੇ ਪੋਇਟ ਸੀਗੇ, ਲਿਖ ਰਹੇ ਸੀਗੇ, ਤੇ ਉਹ ਵੀ ਉਸ ਦੇ ਪ੍ਰੈਸ਼ਰ ਹੇਠ ਆ ਕੇ ਇੱਕ ਖਾਸ ਤਰ੍ਹਾਂ ਦੀ ਪ੍ਰੋਗਰੈਸਿਵ ਕਵਿਤਾ ਡਿਜ਼ਾਈਨ ਕਰਨ ਲੱਗੇ। ਲਿਖਣ ਨਹੀਂ, ਉਹ ਲਿਖ ਨਹੀਂ ਸੀ ਰਹੇ, ਉਹਨਾਂ ਨੂੰ ਲਿਖਣੀ ਪਈ, ਕਿਉਂਕਿ
ਨਹੀਂ ਤਾਂ ਤੁਹਾਨੂੰ ਉਸ ਤਰ੍ਹਾਂ ਕਵੀ ਨਹੀਂ ਸਮਝਿਆ ਜਾਂਦਾ ਸੀ ਕਿ ਵੀ ਤੁਸੀਂ ਇਸ ਦੌਰ 'ਚ acceptance ਦੀ demand ਹੈ, ਬਿਲਕੁਲ ਠੀਕ ਹੈ। ਇਹ ਗੱਲਾਂ ਕਰਦੇ ਵੀ ਤੁਸੀਂ ਸਮੇਂ ਦੇ ਹਾਣ ਦੇ ਜਾਂ ਪ੍ਰੋਗਰੈਸਿਵ ਪੋਇਟ ਹੈ ਹੀ ਨਹੀਂ ਜੀ। ਮਤਲਬ ਪੋਇਟ ਹੋਣ ਦਾ ਮਤਲਬ ਹੀ ਪ੍ਰੋਗਰੈਸਿਵ ਹੋ ਗਿਆ ਸੀ ਤੇ ਉਹਦਾ ਹੀ ਸਾਹਿਤ ਸਮੀਖਿਆ ਤੇ ਵੀ ਉਸ ਤਰ੍ਹਾਂ ਦਾ ਇੱਕ ਪ੍ਰਭਾਵ ਪਿਆ। ਮੈਨੂੰ ਲੱਗਦਾ ਉਹ ਅਜੇ ਤੱਕ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਾਡੀ ਲਿਖਤ 'ਚ ਵੀ ਤੇ ਸਾਡੀ ਸਮੀਖਿਆ ਦੋਹਾਂ 'ਚ ਕਿਤੇ ਨਾ ਕਿਤੇ ਉਹ ਇਹੀ ਦੇਖੋ, ਇਹ ਨਾ ਇਹ ਕੰਜ਼ਰਵੇਟਿਵ ਐਸਪੈਕਟ ਹੋ ਗਿਆ ਨਾ ਵੀ ਅਸੀਂ ਗੱਲ ਤਾਂ ਕਰਦੇ ਹਾਂ ਪ੍ਰੋਗਰੈਸਿਵ ਹੋਣ ਦੀ, ਪਰ ਹੋ ਕੀ ਜਾਂਦਾ ਹੈ ਕਿ ਅਸੀਂ ਦੇਖਦਾ ਕਿ ਇਹਦੇ ਪਿੱਛੇ ਚੱਲ ਕੇ ਹੀ ਮੈਨੂੰ ਕਬੂਲ ਕੀਤਾ ਜਾਏਗਾ। ਮਤਲਬ ਮੈਂ ਆਊਟਸਾਈਡਰ ਨਹੀਂ ਹੋਣਾ ਚਾਹੁੰਦਾ, ਮੈਂ ਉੱਦਾਂ ਦੀ ਆਲੋਚਨਾ ਲਿਖਣੀ ਚਾਹੁੰਦਾ, ਛਾਪਣੀ ਚਾਹੁੰਦਾ ਜਿੱਦਾਂ ਦੀ ਕਬੂਲ ਹੋ ਰਹੀ ਹੈ। ਇਸ ਤਰ੍ਹਾਂ ਦੀ ਕਿਉਂ ਨਹੀਂ ਕਰਨਾ ਚਾਹੁੰਦਾ ਜਿਹਨੂੰ ਕੋਈ ਨਹੀਂ ਪੜ੍ਹਨਾ ਚਾਹੁੰਦਾ? ਨਾ ਸਹੀ, ਮੈਂ ਆਪਣੇ ਲਈ ਲਿਖੀ ਹੈ। ਕਲਾਕਾਰ ਅਲਟੀਮੇਟਲੀ ਕਿਹਦੇ ਲਈ ਕੰਮ ਕਰਦਾ? ਆਪਣੇ ਲਈ ਕਰਦਾ। ਕਿਹਾ ਜਾਂਦਾ ਨਾ ਕਿ ਜਦੋਂ ਕੋਈ ਲਿਖਦਾ ਹੈ, ਕੋਈ ਲੇਖਕ ਲਿਖਦਾ ਹੈ ਜਿਹਨੂੰ ਲੇਖਕ ਕਹਿੰਦੇ, ਐਵੇਂ ਨਹੀਂ ਕਿ ਜਿਹੜਾ ਪੈਨ ਪੁਸ਼ ਕਰੀ ਜਾਂਦਾ, ਤਾਂ ਉਹ ਇਹ ਦੇਖ ਕੇ ਲਿਖਦਾ ਕਿ ਮੈਂ ਆਪਣੇ ਲਿਖਦਾ ਪਿਆ। ਬਾਕੀ ਬੰਦੇ ਤਾਂ ਓਵਰਹੇਅਰ ਕਰਦੇ ਪਏ ਜਾਂ ਮੋਢੇ ਦੇ ਉੱਪਰੋਂ ਕੋਈ ਦੇਖੀ ਹੈ, ਮੈਂ ਉਹਨੂੰ ਥੋੜ੍ਹੀ ਲਿਖਦਾ ਪਿਆ। ਜੇ ਮੈਂ ਇਹ ਸੋਚੀ ਜਾਵਾਂ ਕਿ ਕਿੰਨੇ ਪੜ੍ਹਨਾ ਹੈ, ਲਿਖੂੰਗਾ ਮੈਂ ਕੀ? ਕਿਉਂਕਿ ਕਿਸੇ ਹੱਦ ਤੱਕ ਤਾਂ ਦੇਖੋ ਕਲਾਕਾਰ ਸੱਚਾਈ ਜਿਹਨੂੰ ਅਸੀਂ ਕਹਿ ਦਿੰਦੇ ਪੁਰਾਣੇ ਲਫ਼ਜ਼ਾਂ 'ਚ, ਉਹਦੀ ਤਲਾਸ਼ ਨਿੱਜੀ ਹੁੰਦੀ ਹੈ। ਉਹ ਆਪਣੇ ਅੰਦਰ ਆਪਣੇ ਆਪ ਨੂੰ ਸਾਹਮਣੇ ਰੱਖ ਕੇ ਆਪਣੇ ਲਈਓ ਲਿਖੇਗਾ ਨਾ। ਔਰ ਜੇ ਉਹ ਸਮਾਜ ਲਈ ਲਿਖਦਾ ਹੈ ਤਾਂ ਉਹ ਤਾਂ ਲਿਖਦਾ ਪਿਆ ਕਿ ਉਹ ਸਮਾਜ ਦਾ ਇੱਕ ਹਿੱਸਾ ਹੈ, ਇਸ ਲਈ ਕਿ ਉਹਨੇ ਸਮਾਜ ਨੂੰ ਪੜ੍ਹਾਉਣਾ ਹੈ, ਸਮਾਜ ਨੂੰ ਅੱਗੇ ਲਿਜਾਣਾ। ਇਹ ਤਾਂ ਉਹ ਲੇਖਕ ਲਿਖਦੇ ਆ ਜਿਹੜੇ ਸੋਚਦੇ ਕਿ ਮੈਨੂੰ ਬੜੀ ਅਕਲ ਹੈ ਅਤੇ ਮੈਂ ਵੰਡਣੀ ਹੈ, ਫਾਲਤੂ ਪਈ ਹੋਈ ਹੈ ਤਾਂ ਦੇ ਦਿਆਂ ਲੋਕਾਂ ਨੂੰ, ਤਾਂ ਲੋਕ ਮੇਰੇ ਮੁਤਾਬਕ ਦੁਨੀਆ ਬਣਾਉਣ। ਮੈਂ ਸਮਝਦਾ ਮੂਰਖ ਹੈ, ਆਲੋਚਕ ਵੀ ਮੂਰਖ ਹੈ, ਉਹ ਡਰਪੋਕ ਹੈ। ਤੁਹਾਨੂੰ ਜੋ ਚੀਜ਼ ਚੰਗੀ ਲੱਗੀ, ਸਵਾਲ ਤਾਂ ਇਹ ਹੈ ਦੇਖੋ ਆਲੋਚਕ ਦੇ ਤੌਰ 'ਤੇ ਕਿ ਮੈਨੂੰ ਇਹ ਚੀਜ਼ ਕਿਉਂ ਚੰਗੀ ਲੱਗਦੀ ਹੈ, ਇਹਦੀ ਵੈਲਿਊ ਕੀ ਹੈ, ਇਹਦਾ ਮਹੱਤਵ ਕੀ ਹੈ, ਇਹਦਾ ਭਵਿੱਖ ਕੀ ਹੈ। ਸਾਰੇ ਦੇ ਸਾਰੇ ਰੈਡੀਮੇਡ ਲੇਬਲ ਛੱਡ ਕੇ, ਮਾਪਦੰਡ ਛੱਡ ਕੇ ਮੈਂ ਸਿੱਧੇ ਉਸ ਚੀਜ਼ ਦੇ ਵਿੱਚੋਂ ਜਵਾਬ ਲੱਭਾਂ ਜਿਹਨੇ ਮੇਰੇ 'ਚ ਸਵਾਲ ਪੈਦਾ ਕੀਤਾ। ਉਹ ਜਵਾਬ ਵੀ ਉਹ 'ਚ ਪਿਆ ਹੋਵੇਗਾ ਜਿਹਨੇ ਸਵਾਲ ਬਣਾਇਆ। ਸੋ ਅਸੀਂ ਕਰਦੇ ਕੀ ਹਾਂ? ਉੱਥੋਂ ਪੜ੍ਹਦੇ ਹਾਂ, ਜਵਾਬ ਕਿਤੇ ਹੋਰ ਲੱਭੀ ਜਾਂਦੇ। ਇਸ ਕਰਕੇ ਬਹੁਤ ਸਾਰਾ ਕ੍ਰਿਟਿਸਿਜ਼ਮ ਆਥੈਂਟਿਕ ਨਹੀਂ ਹੁੰਦਾ, ਕਿਉਂਕਿ ਇਟ ਇਜ਼ ਨਾਟ ਏ ਰਿਸਪੌਂਸ ਟੂ ਦਾ ਟੈਕਸਟ, ਟੂ ਦਾ ਰਾਈਟਰ, ਟੂ ਦੀ ਵਰਕ, ਇਟਸ ਅ ਰਿਸਪੌਂਸ ਟੂ ਸਮਥਿੰਗ ਐਲਸ। ਮੈਂ ਇਹਦੇ ਵਿੱਚ ਉਹਦੀ ਆਵਾਜ਼ ਸੁਣਦਾ ਪਿਆ, ਉਹ ਮੈਂ ਰਿਕਾਰਡ ਕਰ ਰਿਹਾ। ਉਹ ਤਾਂ ਮੈਂ ਜੋ ਮਰਜ਼ੀ ਸੁਣ ਦੂੰਗਾ, ਹੈ ਨਾ। ਮੈਨੂੰ ਆਪਣੇ ਦਿਮਾਗ ਦੇ ਵਿੱਚ ਬੜੀਆਂ ਆਵਾਜ਼ਾਂ ਸੁਣੀ ਜਾਣਗੀਆਂ। ਔਖਾ ਕੰਮ ਹੈ। ਬਿਲਕੁਲ, ਜਿਵੇਂ ਤੁਸੀਂ ਇਹ ਗੱਲ ਕਰ ਰਹੇ ਸੀਗੇ ਕਿ ਜਿਹੜੀ ਸਮੀਖਿਆ ਦੇ ਕਾਰਜ ਵੀ ਆ ਉਸ ਤਰ੍ਹਾਂ ਦੇ ਹੋਣ ਲੱਗੇ। ਅਸੀਂ ਖਾਸ ਤਰ੍ਹਾਂ ਦੀਆਂ ਚੀਜ਼ਾਂ ਟੈਕਸਟ 'ਚੋਂ ਲੱਭਣ ਲੱਗ ਪਏ, ਜੋ ਕਿਸਾਨੀ ਦੇ ਮਸਲਿਆਂ ਦੀ ਪੇਸ਼ਕਾਰੀ ਚੋਂ ਆਦਿ। ਤੇ ਮੈਨੂੰ ਲੱਗਦਾ ਉੱਦਾਂ ਕਦਾ ਹੀ, ਕਿਉਂਕਿ ਜਿਸ ਤਰ੍ਹਾਂ ਦੀਆਂ ਗੱਲਾਂ ਸਮੀਖਿਆ 'ਚ ਹੋ ਰਹੀਆਂ ਤੇ ਲੇਖਕ ਵੀ ਉਸ ਤਰ੍ਹਾਂ ਦੀਆਂ ਕਈ ਵਾਰੀ ਉਸ ਪ੍ਰਭਾਵ 'ਚ ਆ ਕੇ ਉਸੇ ਤਰ੍ਹਾਂ ਦੀਆਂ ਚੀਜ਼ਾਂ ਡਿਜ਼ਾਈਨ ਕਰਨ ਲੱਗਦਾ। ਤੇ ਮੈਨੂੰ ਲੱਗਦਾ ਕਿ ਠੀਕ ਆ, ਹਰ ਲਿਟਰੇਚਰ ਨਾਲ ਇੱਕ ਮਸਲਾ ਕੋਈ ਹੁੰਦਾ ਹੀ ਆ ਜਿਹਦੇ ਦੁਆਲੇ ਹੋਣਾ। ਉਸ ਮਸਲੇ ਤੋਂ ਉੱਪਰ ਵੀ ਮੈਨੂੰ ਲੱਗਦਾ ਕਿ ਜਿਵੇਂ ਮਨੁੱਖ ਦਾ ਜੀਨ ਥੀਮ ਦਾ ਮਸਲਾ ਆ, ਜਿਹਦੀ ਉਹ ਕਰਦਾ ਆ ਵੀ ਉਹਦੀ ਖੂਬਸੂਰਤੀ, ਉਹ ਕਿੰਨੀ ਇੱਕ ਨਿੱਜੀ ਵਿਜ਼ਨ ਹੈ ਰਾਈਟਰ ਦਾ, ਉਹਦਾ ਇੱਕ ਆਪਣਾ ਐਸਥੈਟਿਕ ਹੋ ਪਾਇਆ। ਬਿਲਕੁਲ। ਦੇਖੋ ਸਾਹਿਤ ਦਾ ਤਾਂ ਇਹ ਬਹੁਤ ਵੱਡਾ ਰੋਲ ਹੈ। ਡਿਕਨਸ ਦੇ ਟਾਈਮ 'ਤੇ ਵੀ ਅਸੀਂ ਦੇਖਿਆ ਕਿ ਇਸੇ ਤਰ੍ਹਾਂ ਵਿਕਟਰ ਹਿਊਗੋ ਦਾ ਦ ਲਾਸਟ ਡੇ ਇਨ ਦ ਲਾਈਫ ਆਫ ਅ ਕੰਡੈਮਡ ਮੈਨ ਮੰਨਿਆ ਜਾਂਦਾ ਹੈ ਭਈ ਲਗਭਗ 100 ਦੇਸ਼ਾਂ ਦੇ ਵਿੱਚ ਅਗਰ ਸਜ਼ਾਏ ਮੌਤ ਖਤਮ ਹੋਈ ਤਾਂ ਉਹਦਾ ਇੱਕ ਕਾਰਨ ਇਹ ਨਾਵਲ ਸੀ, ਨਿੱਕਾ ਜਿਹਾ ਨਾਵਲ ਹੈ ਜਿਹਦੇ 'ਚ ਬੰਦੇ ਨੂੰ ਸਜ਼ਾਏ ਮੌਤ ਮਿਲਦੀ ਤਾਂ ਉਹਦੇ ਆਖਰੀ ਦਿਨ ਉਹ ਕਿੱਦਾਂ ਨਿਕਲਦੇ ਅਤੇ ਉਹ ਕੀ ਦੇਖਦਾ ਪਿਆ। ਮਤਲਬ ਕਿਤਾਬ ਕਰਦੀ ਹੈ, ਕਰਨਾ ਚਾਹੀਦਾ ਹੈ ਨਾ। ਲੇਕਿਨ ਅਸੀਂ ਅਗਰ ਇਹ ਕਹਿ ਦਈਏ ਵੀ ਕਿਤਾਬ, ਲਿਟਰੇਚਰ ਦੀ ਕਿਤਾਬ, ਇਟ ਇਜ਼ ਰਿਡਿਊਸੀਬਲ ਟੂ ਏ ਸੋਸ਼ਲ ਥੀਮ, ਦਿਸ ਇਜ਼ ਰੋਂਗ। ਸੋਸ਼ਲ ਥੀਮ ਇਜ਼ ਵਨ ਆਫ ਦਾ ਕੰਪੋਨੈਂਟਸ ਆਫ ਏ ਲਿਟਰਰੀ ਵਰਕ। ਲਿਟਰਰੀ ਵਰਕ ਤਾਂ ਹੀ ਤਾਂ ਐਂਡਲੈਸ ਹੈ, ਇਹਦੇ 'ਚ ਹੋਰ ਬੜਾ ਕੁਛ ਪਿਆ ਜੇ ਲੱਭਣਾ, ਜਿਹੜਾ 100 ਸਾਲ 500। ਮੈਨੂੰ ਲੱਗਦਾ ਕਈ ਵਾਰੀ ਉਹੀ ਡੋਮੀਨੇਟ ਚੀਜ਼ ਸਾਡੇ ਬਣਾ ਕੇ ਪੇਸ਼ ਕੀਤੀ ਜਾਂਦੀ ਹੈ। ਐਕਚੁਅਲੀ ਤੁਸੀਂ ਜਿਹੜੀ ਉਹ ਗੱਲ ਕਰਦੇ ਸੀ ਨਾ, ਮੈਂ ਉਹਦੇ 'ਤੇ ਥੋੜ੍ਹਾ ਹੋਰ ਕਹਿਣਾ ਚਾਹਾਂਗਾ ਕਿ ਵੀ ਜਿਹੜਾ ਅਸੀਂ ਇਹ ਮੰਨ ਲਿਆ ਕਿ ਅਸੀਂ ਉਹ ਸੈਮੂਅਲ ਜੌਨਸਨ ਵਾਲੀ ਥਿਊਰੀ ਛੱਡ ਦਿੱਤੀ ਕਿ ਜਿੱਦਾਂ ਜਿਹਨੂੰ ਕਿਹਾ ਜਾਂਦਾ ਵੀ ਸਾਹਿਤ ਸਮਾਜ ਦਾ ਬਿੰਬ ਹੈ ਨਾ, ਉਹਦਾ ਦਰਪਣ ਹੈ। ਅਸੀਂ ਛੱਡਿਆ ਥੋੜ੍ਹੀ ਹੈ, ਅਸੀਂ ਥਿਊਰੀ ਦੇ ਵਿੱਚ ਹੀ ਉਹਨੂੰ ਫੜ ਕੇ ਰੱਖਿਆ, ਕਿਉਂਕਿ ਅਸੀਂ ਸਿਰਫ ਇਹ ਕੀਤਾ ਕਿ ਪਹਿਲੇ ਉਹ ਕਾਸਟ ਦੀ, ਕਲਾਸ ਦੀ, ਜੈਂਡਰ ਦੀ ਗੱਲ ਨਹੀਂ ਸੀ ਕਰਦਾ। ਹੁਣ ਅਸੀਂ ਕਹਿ ਤਾ ਦੇਖੋ ਜੀ ਇਹਦੇ 'ਚ ਤਾਂ ਪਏ ਹੋਏ ਆ, ਅਸੀਂ ਤਾਂ ਫਿਰ ਬੰਬ ਫੜ ਕੇ ਬੈਠੇ ਹੋਏ। ਲਿਟਰਰੀ ਵਰਕ ਦੀ ਐਜ਼ ਏ ਵਰਕ ਆਫ ਆਰਟ ਇੱਕ ਆਟੋਨੋਮਸ ਆਈਡੈਂਟਿਟੀ ਹੈ, ਇੱਕ ਐਂਟਿਟੀ ਹੈ, ਜਿਸ ਦੇ ਬਾਰੇ ਅਭਿਨਵ ਗੁਪਤ ਦੇ ਸ਼ੈਫ ਐਸਥੈਟਿਕ ਵਿੱਚ ਨਾ ਬਹੁਤ ਸੋਹਣੀ ਗੱਲ ਆਉਂਦੀ ਹੈ ਵੀ ਇੱਕ ਐਸਾ ਦਰਪਣ
ਜਿਸ ਦੇ ਵਿੱਚ ਇੱਕ ਸ਼ਹਿਰ ਵਸਿਆ ਹੈ, ਠੀਕ ਹੈ, ਤੁਸੀਂ ਉਹ ਦਰਪਣ ਦੇ ਵਿੱਚ ਸ਼ਹਿਰ ਦੇਖਦੇ ਪਏ, ਪਰ ਉਹ ਸ਼ਹਿਰ ਦਰਪਣ ਦੇ ਬਾਹਰ ਨਹੀਂ ਹੈ। ਠੀਕ। ਸਮਝੇ ਨਾ? ਉਹਨੇ ਦੇਖੋਗੇ ਜਿਹੜਾ ਇਮੀਟੇਸ਼ਨ ਦਾ ਕਨਸੈਪਟ ਹੈ ਸਾਰੀ ਤਬਾਹ ਕਰ ਦਿੱਤਾ। ਹੂੰ, ਹੂੰ, ਕਵੀ ਦੀ ਚੇਤਨਾ ਉਹ ਦਰਪਣ ਹੈ ਜਿਹਦੇ ਵਿੱਚ ਉਹ ਸ਼ਹਿਰ ਵਸਾਉਂਦਾ ਹੈ, ਲੇਕਿਨ ਉਹ ਸ਼ਹਿਰ ਕਿਸੇ ਦਾ ਪਰਛਾਵਾਂ ਨਹੀਂ ਹੈ, ਉਸ ਦੀ ਇੱਕ ਆਪਣੀ ਅਸਲੀਅਤ ਵੀ ਹੈ। ਅਸੀਂ ਉਹਨੂੰ ਰਿਡਿਊਸ ਫਿਰ ਉੱਥੇ ਕਰ ਦਿੱਤਾ ਵੀ ਜੌਨਸਨ ਇਹ ਕਿਹਾ ਸੀ ਤਾਂ ਫਿਰ ਅਸੀਂ ਡੈਰੀਡਾ ਤੇ ਫੂਕੋ ਤੇ ਬਾਕੀ ਪੜ੍ਹ ਕੇ ਲਿਆ ਕੀ? ਕੁਝ ਵੀ ਨਹੀਂ ਲਿਆ ਕੇ ਮੁੜ ਕੇ ਫਿਰ ਉੱਥੇ ਪੁਰਾਣੀ ਗੱਲ ਤੇ ਪਾਤਾ ਜੀ ਕਿ ਲਿਟਰੇਚਰ ਇਜ਼ ਦ ਮਿਰਰ ਆਫ ਸੋਸਾਇਟੀ। ਇਟ ਇਜ਼ ਨਾਟ ਸਿੰਪਲੀ ਮਿਰਰ, ਇਟ ਇਜ਼ ਅ ਟਾਰਚ ਫॉर society also. Then it is also a staircase going down into the abyss, ਜਿੱਥੇ ਹਨੇਰਾ ਹੀ ਹਨੇਰਾ ਹੈ। ਬਿਲਕੁਲ। ਕਿਹੜਾ ਬੰਦਾ ਲਿਟਰੇਚਰ ਪੜ੍ਹੇਗਾ ਜਿਹੜਾ ਤੁਹਾਨੂੰ ਮਤਲਬ ਸੌਣ ਨਹੀਂ ਦਿੰਦਾ, ਹੈ ਨਾ? ਜੇ ਦਰਪਣ ਹੀ ਹੈਗੇ ਤਾਂ ਫਿਰ ਤੁਸੀਂ ਦਰਪਣ ਕੀ ਦੇਖਣਾ? ਜੇ ਸਮਾਜ ਦਾ ਦਰਪਣ ਹੀ ਹੈ ਤਾਂ ਜਾਂ ਤਾਂ ਤੁਹਾਨੂੰ ਸਮਾਜ ਦੇ ਵਿੱਚ ਉਹ ਕੌੜੇ ਸੱਚ ਦਿਸਦੇ ਨਹੀਂ ਕਿ ਤੁਸੀਂ ਦਰਪਣ 'ਚ ਦੇਖ ਕੇ ਤਾਂ ਤਸੱਲੀ ਕਰਦੇ ਹੋ ਕਿ ਹਾਂ ਹੁਣ ਸਮਝ ਆ ਗਈ। ਜੇ ਉਹ ਦਿਸਦਾ ਹੀ ਸੀ ਤਾਂ ਫਿਰ ਲਿਟਰੇਚਰ ਕਿਉਂ ਪੜ੍ਹਦੇ ਹੋ? ਫਿਰ ਤੁਸੀਂ ਇਸ ਲਈ ਪੜ੍ਹਦੇ ਹੋ ਕਿ ਥੀਸਿਸ ਲਿਖਣੇ, ਰਿਸਰਚ ਪੇਪਰ ਛਾਪਣੇ, ਅਸਾਈਨਮੈਂਟਾਂ ਕਰਨੀਆਂ। ਵੀ ਇਹ ਇੱਕ ਔਰਤ ਦੀ ਕਹਾਣੀ ਹੈ ਜਿਹਦੇ ਨਾਲ ਬੜਾ ਧੱਕਾ ਹੁੰਦਾ ਹੈ ਕਿਉਂਕਿ ਬੜੀ ਉਹ ਗਰੀਬ ਹੈ ਔਰ ਇੱਕ ਪਛੜੇ ਸਮਾਜ ਵਿੱਚ ਰਹਿੰਦੀ ਹੈ, ਤਾਂ ਫਿਰ ਇਹ ਉੱਦਾਂ ਹੀ ਤੁਸੀਂ ਇਹ ਸਾਰੇ ਪੁਆਇੰਟ ਲਿਖ ਕੇ ਦੇ ਦਿਓ, ਕਹਾਣੀ ਕਾਹਦੇ ਲਈ ਲਿਖਣੀ? ਕਲਾਕਾਰ ਲੇਖਕ ਮੱਥਾ ਕਿਉਂ ਮਾਰੀ ਜਾਂਦਾ ਕਿ ਕਹਾਣੀ ਸਿਰਜਣੀ ਕਿੱਦਾਂ, ਹੈ ਨਾ? ਕਿਉਂ? ਕਿਹੜੀ ਚੀਜ਼ ਬਿਲਕੁਲ ਉਹ ਦੇਖੋ ਆਪਣੇ ਬਣਾਉਂਦੀ ਆ ਜਾਂ ਆਪਣੇ ਕਿਰਦਾਰਾਂ ਦੀ ਅੰਦਰਲੀ ਦੁਨੀਆ ਸਿਰਜਦਾ ਹੈ। ਕਿਉਂ? ਕਿਉਂਕਿ ਉਹ ਇਹ ਮੰਨਦਾ ਹੈ ਕਿ ਸਾਡੇ ਅੰਦਰ ਦੁਨੀਆ ਹੁੰਦੀ ਹੈ। ਈਵਨ ਮਾਰਕਸਵਾਦੀ ਲੇਖਕ ਵੀ ਤਾਂ ਇਹ ਮੰਨਦਾ ਹੈ ਨਾ, ਤਾਂ ਹੀ ਫਿਕਰ ਬਣਾਉਂਦਾ। ਕੋਈ ਥੋੜ੍ਹੀ ਕਹਿੰਦਾ ਕਿ ਬਾਹਰ ਸਭ ਕੁਝ ਅੰਦਰ ਹੈ ਹੀ ਕੁਛ ਨਹੀਂ। ਸੋ ਕੰਟਰਡਿਕਸ਼ਨ ਬਹੁਤ ਹੋਈ ਹੈ ਕਿ ਲਿਟਰਰੀ ਥਿਊਰੀ ਨੂੰ ਮੇਰੇ ਖਿਆਲ ਜਾਂ ਲਿਟਰਰੀ ਕ੍ਰਿਟਿਸਿਜ਼ਮ ਦੇ ਵਿੱਚ ਬਹੁਤ ਸਾਰਾ ਕੰਮ ਅਜੇ ਕਰਨ ਦੀ ਲੋੜ ਹੈ। ਔਰ ਸ਼ਾਇਦ ਇਹੀ ਵੱਡਾ ਗੈਪ ਹੈ ਕਿ ਆਲੋਚਕ ਰਚਨਾ ਖੁਦ ਕਰਨ ਤੋਂ ਗੁਰੇਜ਼ ਕਰਦੇ। ਜਦੋਂ ਖੁਦ ਰਚਨਾ ਕਰਨਗੇ ਤਾਂ ਉਹਨਾਂ ਨੂੰ ਰਚਨਾ ਦਾ ਧਰਮ ਸਮਝ ਆਏਗਾ, ਫਿਰ ਸ਼ਾਇਦ ਆਲੋਚਨਾ ਦੇ ਉਹ ਪੱਖ ਸਾਹਮਣੇ ਖੋਲ੍ਹ ਕੇ ਦੇਖੇ ਜਾ ਸਕਦੇ ਜਿਹੜੇ ਅਜੇ ਤੱਕ ਖੁੱਲ੍ਹੇ ਨਹੀਂ ਗਏ। ਸਰ ਤੁਹਾਨੂੰ ਨਿੱਜੀ ਤੌਰ ਤੇ ਜੀ। ਆਪ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਚੰਗੀਆਂ ਲੱਗਦੀਆਂ ਆ? ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦੇ ਹੋ ਤੇ ਕਿਉਂ ਚੰਗੀਆਂ ਲੱਗਦੀਆਂ? ਦੇਖੋ, ਇੱਕ ਤਾਂ ਮੈਂ ਜਿਹੜੀ ਕਿਤਾਬ ਚੰਗੀ ਲੱਗਦੀ ਪੜ੍ਹ ਲੈਂਦਾ। ਚੰਗੀ ਕਿੱਦਾਂ ਲੱਗਦੀ ਹੈ ਕਿ ਕਿਤਾਬ ਖੋਲ੍ਹ ਕੇ ਦੇਖ ਲਈਦੀ, ਥੋੜ੍ਹੀ ਜਿਹੀ ਪੜ੍ਹ ਲਓ। ਕੁਛ ਤਾਂ ਰਿਵਿਊ ਵਾਲੇ ਹੈਲਪ ਕਰ ਦਿੰਦੇ ਆ, ਅੱਜ ਕੱਲ੍ਹ ਤਾਂ ਸੁਜੈਸਟ ਹੋ ਜਾਂਦਾ, ਤੁਸੀਂ ਜਿੱਥੋਂ ਖਰੀਦਦੇ ਵੈਬਸਾਈਟ ਦੱਸ ਦਿੰਦੀ ਕਿ ਤੁਹਾਡੇ ਇੰਟਰਸਟ ਦੀ ਕਿਤਾਬਾਂ ਹੋ ਰਹੀਆਂ। ਫਿਰ ਤੁਸੀਂ ਉਹਦਾ ਕੋਈ ਸਫ਼ਾ ਖੋਲ੍ਹਦੇ ਹੋ ਅਤੇ ਆਮ ਤੌਰ 'ਤੇ ਤਾਂ ਕਿਤਾਬ ਦੇ 3-4 ਲਾਈਨਾਂ ਪਹਿਲੀਆਂ ਪੜ੍ਹ ਲਈਆਂ, ਇੱਕ ਦੋ ਵਿੱਚੋਂ ਪੜ੍ਹ ਲਈਆਂ, ਪਤਾ ਲੱਗ ਜਾਂਦਾ ਕਿ ਮੈਂ ਇਹਨੂੰ ਪੜ੍ਹਨਾ ਕਿ ਛੱਡ ਦੇਣਾ। ਕਈ ਵਾਰੀ ਹੋਇਆ ਕਿ ਦੁਨੀਆ ਦੀਆਂ ਵੱਡੀਆਂ ਯੂਨੀਵਰਸਿਟੀਆਂ ਦੀਆਂ ਛਾਪੀ ਹੋਈਆਂ ਕਿਤਾਬਾਂ ਮੈਂ ਲੈ ਕੇ ਪੜ੍ਹਨੀ ਸ਼ੁਰੂ ਕਰਕੇ ਪਛਤਾਇਆ ਕਿ ਮੈਂ ਕਿਉਂ ਟਾਈਮ ਖਰਾਬ ਕਰਦਾ ਪਿਆ, ਛੱਡ ਦਿੱਤੀ। ਕਿਉਂਕਿ ਰੈਪੂਟੇਸ਼ਨ ਹੋਰ ਗੱਲ ਹੈ, ਕੁਆਲਿਟੀ ਹੋਰ ਗੱਲ ਹੈ। ਮਤਲਬ ਕਿਤਾਬਾਂ ਤੁਹਾਨੂੰ ਸਿਖਾਉਂਦੀਆਂ ਕਿ ਕਿਤਾਬ ਕਿੱਦਾਂ ਪੜ੍ਹਨੀ ਹੈ, ਔਰ ਉਹਦੇ ਲਈ ਇੱਕ ਸਿੱਧਾ ਮਾਪਦੰਡ ਇਹ ਹੈ ਕਿ ਤੁਸੀਂ ਉਹ ਕਿਤਾਬ ਪੜ੍ਹਨ ਦੀ ਕੋਸ਼ਿਸ਼ ਕਰੋ ਜਾਂ ਲੱਭਣ ਦੀ ਕੋਸ਼ਿਸ਼ ਕਰੋ, ਉੱਤੇ ਸਮਾਂ ਲਗਾਓ ਜਿਹੜੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਚੈਲੰਜ ਕਰਦੀ, ਤੁਹਾਡੇ ਲਈ ਨਵੇਂ ਰਸਤੇ ਖੋਲ੍ਹਦੀ ਹੈ, ਨਵਾਂ ਤੁਹਾਨੂੰ ਵਿਜ਼ਨ ਦੇ ਸਕਦੀ ਹੈ। ਉਹਦੇ 'ਚ ਕੁਝ ਐਸੀ ਚੀਜ਼ ਹੈਗੀ ਹੈ ਜਿਹੜੀ ਅਜੇ ਤੱਕ ਤੁਹਾਨੂੰ ਮਿਲੀ ਨਹੀਂ। ਯਾਨੀ ਤੁਸੀਂ ਡਾਟਾ ਨਹੀਂ ਗੈਦਰ ਕਰਦੇ ਪਏ ਕਿ ਮੈਂ ਇਸ ਥੀਮ ਦੇ ਉੱਪਰ 150 ਕਿਤਾਬ ਪੜ੍ਹ ਲਈ ਹੈ। ਤੁਸੀਂ ਆਪਣੇ ਆਪ ਨੂੰ ਚੈਲੰਜ ਕਰਦੇ ਪਏ ਹੋ, ਦੇਖਣ ਦੇ ਤਰੀਕੇ ਲੱਭਦੇ ਪਏ ਹੋ। ਨਵੇਂ ਦਾ ਮਤਲਬ ਇਹ ਨਹੀਂ ਜਿਹੜਾ ਹੁਣੇ ਬਣਿਆ, ਨਵੇਂ ਦਾ ਮਤਲਬ ਹੈ ਕਿ ਹੋ ਸਕਦਾ ਕਿ 5000 ਸਾਲ ਪੁਰਾਣੀ ਕੋਈ ਚੀਜ਼ ਹੈ ਉਹਦੇ 'ਚ ਮੈਨੂੰ ਮਿਲ ਜਾਏ। ਜਿਵੇਂ ਮੈਂ ਉਹ ਐਪਿਕ ਆਫ ਗਿਲਗਾਮੇਸ਼ ਜਦੋਂ ਪੜ੍ਹੀ, ਮੈਂ ਹੈਰਾਨ ਹੋਇਆ ਵੀ ਉਸ ਦੇ ਵਿੱਚ ਗਿਆਨ ਲਿਆਉਣ ਵਾਲੀ ਕੌਣ ਹੈ? ਉੱਥੇ ਪ੍ਰੋਮੀਥੀਅਸ ਆਦਮੀ, ਇੱਥੇ ਔਰਤ ਹੈ। ਪਹਿਲੀ ਟੀਚਰ ਕੌਣ ਹੈ? ਔਰਤ ਹੈ। ਮੈਸੋਪੋਟੇਮੀਅਨ ਸਿਵਲਾਈਜੇਸ਼ਨ ਹੈ, ਦੇਖੋ। ਫਿਰ ਮਹਾਭਾਰਤ ਦੇ ਵਿੱਚ ਮੈਨੂੰ ਐਸੇ ਸੱਚ ਮਿਲੇ। ਜਿਹੜਾ ਬੰਦਾ ਮਹਾਭਾਰਤ ਦੀ ਕਹਾਣੀ ਲੈ ਕੇ ਆਉਂਦਾ ਹੈ ਉਸ ਸਥਾਨ 'ਤੇ ਜਿੱਥੇ ਸਦਰ ਚੱਲਦਾ ਪਿਆ ਹੈ, ਉਹ ਸੂਤ ਪੁੱਤਰ ਹੈ ਔਰ ਸਾਰੇ ਰਿਸ਼ੀ ਮੁਨੀ ਬ੍ਰਾਹਮਣ ਖੜ੍ਹੇ ਹੋ ਕੇ ਉਹਨੂੰ ਪ੍ਰਣਾਮ ਕਰਦੇ। ਹੁਣ ਕਾਸਟ ਦੀ ਗੱਲ ਕਰਦੇ ਹੋਏ ਇਹਨੂੰ ਆਪਾਂ ਛੱਡ ਸਕਦੇ ਹਾਂ, ਹੈ ਨਾ? ਸੋ ਪ੍ਰਾਚੀਨ ਦੇ ਵਿੱਚ ਵੀ ਨਵਾਂ ਕੁਛ ਹੈ। ਸੋ ਇੱਕ ਤਾਂ ਇਹ ਹੈ ਕਿ ਕਿਤਾਬ ਤੁਹਾਨੂੰ ਆਪ ਕਹਿੰਦੀ ਹੈ ਕਿ ਭਾਈ ਹੁਣ ਤਾਂ ਮੈਨੂੰ ਪੜ੍ਹ। ਇਹ ਤੁਸੀਂ ਆਪਣੀ ਹਿੰਮਤ ਰੱਖਣੀ ਹੈ ਕਿ ਮੈਂ ਹੁਣ ਕਿਤਾਬ ਸ਼ੁਰੂ ਕਰ ਲਈ ਅਤੇ ਮੈਂ ਮੁਕਾਵਾਂ। ਮੈਂ ਨਹੀਂ ਮੁਕਾਉਣਾ, ਮੇਰੀ ਜ਼ਿੰਦਗੀ ਬੜੀ ਪਤਾ ਨਹੀਂ ਕਦੋਂ ਮੁੱਕ ਜਾਣੀ, ਕਿੰਨੀ ਛੋਟੀ। ਸੋ ਅਸੀਂ ਇਹ ਸੋਚੀਏ ਕਿ 500 ਪੇਜ ਦੀ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਹੈ, ਚੱਕ ਕੇ ਬਾਹਰ ਮਾਰੋ। ਹਰ ਇੱਕ ਕਿਤਾਬ ਦਾ ਮੇਰੇ 'ਤੇ ਕੋਈ ਹੱਕ ਨਹੀਂ। ਦੂਸਰੇ ਰਿਸਰਚ ਦੇ ਲਈ ਵੀ ਮੈਂ ਵਿਦਿਆਰਥੀਆਂ ਨੂੰ ਇਹ ਕਹਿੰਦਾ ਹੁੰਦਾ ਕਿ ਤੁਸੀਂ ਪਲੈਨਡ ਰਿਸਰਚ ਕਰਦੇ ਹੋ, ਹੈ ਨਾ? ਕਿ ਤੁਸੀਂ ਮਤਲਬ 100 ਕਿਤਾਬ ਪੜ੍ਹਦੇ ਪਏ ਹੋ ਤਾਂ ਤੁਸੀਂ 40-50 ਤਾਂ ਸੋਚਿਆ ਕਿ ਮੈਂ ਪੜ੍ਹਨੀ ਹੈ। 40-50 ਉਹ ਪੜ੍ਹੋ ਜਿਹੜੇ ਸੋਚਦੇ ਹੀ ਨਹੀਂ ਪਏ, ਇੱਧਰ ਉੱਧਰ ਨੂੰ ਪੜ੍ਹੋ।
ਜੀ ਰੈਂਡਮ ਰੀਡਿੰਗ ਜਿਹੜੀ ਹੈ ਉਹ ਤੁਹਾਨੂੰ ਐਸੀ ਇਨਸਾਈਟਸ ਦੇਗੀ, ਔਰ ਦੂਜੇ ਡਿਸਪਲਿਨ 'ਚ ਪੜ੍ਹੋ। ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਮੈਂ ਥਿਓਰੈਟੀਕਲ ਫਿਜ਼ਿਕਸ ਦਾ ਕੁਛ ਨਾ ਕੁਛ ਛੇੜ ਲਵਾਂ, ਨਿਊਰੋ ਸਾਇੰਸ ਦੇ ਵਿੱਚ ਪੜ੍ਹ ਲਵਾਂ, ਸਾਈਕੋ ਐਨਾਲਿਸਿਸ ਦਾ ਕੁਛ ਦੇ, ਮੇਰੇ ਫੀਲਡ ਨਹੀਂ ਹੈ। ਹਿਸਟਰੀ ਕੁਛ ਦੇਖ ਲਵਾਂ, ਮਿਊਜ਼ਿਕ ਦੀ ਹਿਸਟਰੀ ਪੜ੍ਹ ਲਵਾਂ। ਫਿਰ ਜਿਹੜੀ ਗੱਲਾਂ ਨਾਲ ਤੁਸੀਂ ਆਪ ਸਹਿਮਤ ਨਹੀਂ ਹੈ, ਬਿਲਕੁਲ ਉਹਦੇ ਖਿਲਾਫ ਜਿਹੜੀਆਂ ਗੱਲਾਂ ਆ ਗਈਆਂ ਉਹਨਾਂ ਨੂੰ ਪੜ੍ਹੋ। ਤੁਹਾਨੂੰ ਆਪਣੇ ਆਪ ਨੂੰ ਠੀਕ ਕਰਨ ਦਾ ਮੌਕਾ ਮਿਲਦਾ ਹੈ ਜੀ ਕਿ ਤੁਸੀਂ ਇਹ ਮੰਨ ਕੇ ਚੱਲੇ ਰਹੇ ਠੀਕ ਹੈ, ਉਹ ਬੰਦਾ ਕਹਿੰਦਾ ਤੁਸੀਂ ਬਿਲਕੁਲ ਹੀ ਮੂਰਖ ਹੋ। ਸੁਣ ਲੈਣਾ ਚਾਹੀਦਾ, ਔਰ ਸੱਚਮੁੱਚ ਰੋਸ਼ਨੀ ਮਿਲਦੀ ਹੈ ਐਸੀ ਕਿਤਾਬਾਂ। ਸੋ ਐਸਥੈਟਿਕ ਪਾਰਟ ਤਾਂ ਇੱਕ ਹੈ। ਦੂਸਰੇ ਹੁੰਦਾ ਕਿ ਅਲਟੀਮੇਟਲੀ ਮੇਰੇ ਵਰਗਾ ਦੁਨੀਆ 'ਚ ਬੰਦਾ ਕੋਈ ਨਹੀਂ, ਤੁਹਾਡੇ ਵਰਗਾ ਵੀ ਕੋਈ ਨਹੀਂ। ਹਰ ਇੱਕ ਸਾਡੇ ਵਿੱਚੋਂ ਬਿਲਕੁਲ ਵਿਲੱਖਣ ਹੈ। ਸਾਡੀ ਰੀਡਿੰਗ ਸਾਡੀ ਉਸ ਵਿਲੱਖਣਤਾ ਦੇ ਮੁਤਾਬਕ ਹੀ ਹੋ ਸਕਦੀ ਅਤੇ ਹੋਣੀ ਚਾਹੀਦੀ ਹੈ। ਦੂਸਰੇ ਅਸੀਂ ਕੁਛ ਵੀ ਪੜ੍ਹ ਲਈਏ, ਅਸੀਂ ਉਹਦੇ ਵਿੱਚੋਂ ਵਿਲੱਖਣ ਹੀ ਕੱਢ ਲੈਣਾ, ਉਹ ਵੀ ਕਰਨਾ ਬੜਾ ਜ਼ਰੂਰੀ ਹੈ। ਸੋ ਰੀਡਿੰਗ ਦੇ ਵਿੱਚ ਦੇਖੋ, ਇੱਕ ਤਾਂ ਜਿੱਦਾਂ ਮੈਂ ਰੈਂਡਮ ਅਤੇ ਪਲੈਨ ਦੀ ਗੱਲ ਕੀਤੀ, ਇੱਕ ਹੈ ਕਲਾਸਿਕਸ ਔਰ ਨਿਊ। ਪਿਛਲੇ 2 4 5 ਸਾਲ 10 ਸਾਲ ਜਿਹੜੀਆਂ ਕਿਤਾਬਾਂ ਆਉਂਦੀਆਂ, ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਲਗਾਤਾਰ ਮੈਂ ਉਹ ਕਿਤਾਬਾਂ ਜ਼ਰੂਰ ਪੜ੍ਹਾਂ, ਅਤੇ ਕੋਈ ਨਾ ਕੋਈ ਪੁਰਾਣੀ ਕਿਤਾਬ ਹੀ ਛਿੜੀ ਹੁੰਦੀ ਹੈ। ਔਰ ਉੱਥੇ ਫਿਰ ਲੱਗਦਾ ਕਿ ਫਲੇਵਰ ਪੁਰਾਣੇ ਦੀ ਵੀ ਨਵੀਂ ਹੁੰਦੀ ਤਾਂ ਨਵੇਂ ਦੀ ਵੀ ਪੁਰਾਣੀ ਹੁੰਦੀ ਹੈ। ਕੁਛ ਗੱਲਾਂ ਹੈਗੀਆਂ ਜਿਹੜੀਆਂ ਤੁਹਾਨੂੰ ਟਾਈਮ ਤੋਂ ਪਾਰ ਛੂੰਹਦੀਆਂ। ਪਰ ਬਹੁਤ ਸੋਹਣਾ ਕੰਮ ਹੋਇਆ ਅੱਜ ਕੱਲ੍ਹ, ਤਾਂ ਬਹੁਤ ਸੋਹਣਾ ਹੋ ਰਿਹਾ, ਲੋਕ ਬਹੁਤ ਪਿਆਰਾ ਕੰਮ ਕਰ ਰਹੇ। ਸੋ ਦੂਜੀਆਂ ਭਾਸ਼ਾਵਾਂ ਦੇ ਵਿੱਚ ਦੇਖੋ, ਅੰਗਰੇਜ਼ੀ ਦੀ ਇੱਕ ਖਾਸ ਖੂਬਸੂਰਤੀ ਹੈ ਨਾ, ਭਾਵੇਂ ਉਹਦਾ ਇਤਿਹਾਸ ਮਾੜਾ ਹੈ, ਕਲੋਨੀਅਲਿਜ਼ਮ ਦਾ ਕੁਛ ਵੀ ਹੈ, ਲੇਕਿਨ ਉਹਦਾ ਇੱਕ ਮਿੱਠਾ ਫਲ ਇਹ ਹੈ ਵੀ ਅੰਗਰੇਜ਼ੀ 'ਚ ਤੁਹਾਨੂੰ ਅੱਜ ਵੀ ਦੁਨੀਆ ਦੀਆਂ ਬਹੁਤ ਸੋਹਣੀਆਂ ਕਿਤਾਬਾਂ ਹੁਣੇ ਪੈਦਾ ਹੋਈਆਂ ਨਾਲੋਂ ਨਾਲ ਹੀ ਮਿਲ ਜਾਂਦੀ ਹੈ। ਇਸ ਤਰ੍ਹਾਂ ਨਹੀਂ ਹੈ ਵੀ ਮੇਰੇ ਦੇਸ਼ ਦੀਆਂ ਭਾਸ਼ਾਵਾਂ ਦੀ ਤਰ੍ਹਾਂ ਕਿ 50 ਸਾਲ ਬਾਅਦ ਟਰਾਂਸਲੇਟ ਹੋ ਕੇ ਆਏਗੀ ਔਰ ਪਤਾ ਨਹੀਂ ਕਿੱਦਾਂ ਦੀ ਟਰਾਂਸਲੇਸ਼ਨ ਹੋਏਗੀ। ਉੱਥੇ ਜਦੋਂ ਤੁਸੀਂ ਦੇਖਿਆ ਨਾ ਬੁਕਰ ਪ੍ਰਾਈਜ਼ ਮਿਲਦਾ ਹੈ, ਜੀ ਤਾਂ ਜਦੋਂ ਟਰਾਂਸਲੇਟਿਡ ਕਿਤਾਬ ਹੁੰਦੀ ਹੈ ਤਾਂ 50% ਅਵਾਰਡ ਬੰਦੀ ਟਰਾਂਸਲੇਟਰ ਨੂੰ ਜਾਂਦੀ ਹੈ। ਹੁਣ ਮੈਂ ਟਰਾਂਸਲੇਸ਼ਨ ਕਰਦਾ, ਮੈਂ ਸ਼ੌਕ ਨਹੀਂ ਕਰਦਾ, ਮੈਨੂੰ ਕੋਈ ਪੈਸੇ ਨਹੀਂ ਮਿਲਦੇ। ਪਰ ਜਿਹੜੇ ਨੌਜਵਾਨ ਕਰ ਸਕਦੇ ਆ, ਵਧੀਆ ਕਰਦੇ ਆ, ਉਹਨਾਂ ਨੂੰ ਪੈਸੇ ਕਿਉਂ ਨਾ ਮਿਲਣ? ਬਿਲਕੁਲ ਹੈ ਨਾ। ਸੋ ਉੱਥੇ ਇੰਸਟੀਟਿਊਸ਼ਨਲ ਕਮੀ ਹੈ। ਇਸ ਨਾਲ ਹੀ ਅੱਗੇ ਉਤਸ਼ਾਹ ਮਿਲੂਗਾ ਹੋਰ। ਗੁਰਵੀਰ ਜੀ, ਪੰਜਾਬੀ 'ਚ ਤੁਸੀਂ ਬੜੇ ਲੱਕੀ ਹੋ ਗਏ, ਤੁਹਾਡੇ ਕੋਲ ਇੰਨੇ ਸਾਰੇ ਪੀਰੀਓਡੀਕਲ, ਇੰਨੇ ਮੈਗਜ਼ੀਨ ਹੈ ਕਿ ਤੁਸੀਂ ਕਹਾਣੀ ਛਾਪ ਸਕਦੇ ਹੋ, ਲਿਖ ਸਕਦੇ ਹੋ, ਕਵਿਤਾਵਾਂ ਲਿਖਦੇ ਹੋ, ਨਿਬੰਧ ਲਿਖਦੇ ਹੋ। ਹਿੰਦੁਸਤਾਨ 'ਚ ਅੰਗਰੇਜ਼ੀ ਦੇ ਮੈਨੂੰ ਲੱਖੇ ਦਿਖਾ ਦਿਓ ਕਿੱਥੇ। ਔਨਲਾਈਨ ਥੋੜ੍ਹੇ ਬਹੁਤ ਹੈਗੇ ਆ। ਚੰਗੀਆਂ ਅਖਬਾਰਾਂ ਤੁਸੀਂ ਦੇਖੋ ਭਈ, ਲਿਟਰੇਚਰ ਦੇ ਐਸੇ ਕਿੱਥੇ ਛਪਦੀ ਹੈ? ਥਾਂ ਹੀ ਨਹੀਂ, ਮੈਗਜ਼ੀਨ ਨਹੀਂ ਛਾਪਦੇ। ਕੋਈ ਵੀ ਦਿਖਾ ਦਿਓ ਜਿਹੜਾ 2500 ਲਫ਼ਜ਼ ਦਾ ਛਾਪ ਦਿੰਦਾ ਹੋਵੇ। ਇਹ ਸਕਰੋਲ ਵਗੈਰਾ ਨੇ ਹੁਣ ਥੋੜ੍ਹਾ ਬਹੁਤ ਵਾਇਰ ਨੇ ਸ਼ੁਰੂ ਕੀਤਾ ਹੈ, ਪਰ ਉਹਨਾਂ ਦਾ ਇੱਕ ਖਾਸ ਆਈਡੀਓਲੋਜੀਕਲ ਡਾਇਰੈਕਸ਼ਨ ਹੈ, ਉਹਦੇ ਵੀ ਚੱਲਦੇ। ਉੱਥੇ ਐਸਕੁਆਇਰ ਹੈ, ਲੰਡਨ ਰਿਵਿਊ ਆਫ ਬੁੱਕਸ ਹੈ, ਨਿਊਯਾਰਕ ਰਿਵਿਊ ਆਫ ਬੁੱਕਸ ਹੈ, ਨਿਊਯਾਰਕ ਟਾਈਮਸ ਕਰਦਾ ਪਿਆ। ਅੱਜ ਕੱਲ੍ਹ ਉਹਨੇ ਕਾਲਮ ਸ਼ੁਰੂ ਕੀਤਾ ਕਲੋਜ਼ ਰੀਡ। ਇੱਕ ਟੈਕਸਟ ਲੈ ਕੇ, ਉਹ ਪੇਂਟਿੰਗ ਹੋਵੇ ਜੀ, ਸਕਲਪਚਰ ਹੋਵੇ, ਪੋਇਮ ਹੋਵੇ, ਉਹਦੇ ਉੱਪਰ ਕਲੋਜ਼ ਰੀਡ ਕਰਕੇ ਉਹ ਟੈਕਸਟ ਦਾ ਐਨਾਲਿਸਿਸ ਕਰਦੇ ਆ, ਔਰ ਐਸੀ ਲੈਂਗੁਏਜ ਕਰਦੇ ਆ ਕਿ ਕੋਈ ਆਮ ਬੰਦਾ ਪੜ੍ਹ ਲੇ। ਸਾਡੇ ਤੋਂ ਕਿਹੜਾ ਕਰਦਾ? ਅਕਸਰ ਇਹ ਹੁੰਦਾ ਕਿ ਤੁਸੀਂ ਵਧੀਆ ਲਿਖ ਕੇ ਅਖਬਾਰ ਨੂੰ ਭੇਜ ਦਿਓ, ਮੈਗਜ਼ੀਨ ਨੂੰ ਭੇਜ ਦਿਓ, ਕਹਿਣਗੇ ਜੀ ਨਹੀਂ ਸਾਡੇ ਮਤਲਬ ਦਾ ਨਹੀਂ ਹੈ। ਮੇਰੇ ਨਾਲ ਇਹ ਹੋਇਆ ਹੈ ਕਿ ਆਸ-ਪਾਸ ਦੀਆਂ ਅਖਬਾਰਾਂ ਨੇ ਰਿਜੈਕਟ ਕਰ ਦਿੱਤਾ ਅਤੇ UK ਔਰ USA ਦੀਆਂ ਚੰਗੀਆਂ ਯੂਨੀਵਰਸਿਟੀਆਂ ਨੇ ਛਾਪ ਦਿੱਤਾ। ਉਹ ਜਿਹੜਾ ਇੱਥੇ ਦੀ ਅਖਬਾਰਾਂ ਨੇ ਨਾ ਕਰ ਦਿੱਤੀ, ਕਿਉਂ? ਹਜ਼ਮ ਨਹੀਂ ਹੁੰਦਾ, ਜਾਂ ਬਹੁਤ ਸੌਖਾ ਹੈ, ਇਹ ਕਹਿਣਗੇ ਜੀ ਇਹ ਜਰਾ ਹਟ ਕੇ ਹੈ ਨਾ। ਸੋ ਇੰਸਟੀਟਿਊਸ਼ਨ, ਤੁਸੀਂ ਇਸ ਗੱਲੋਂ ਨਾ ਪੰਜਾਬੀ ਬਹੁਤ ਲੱਕੀ, ਹਿੰਦੀ ਬਹੁਤ ਲੱਕੀ ਹੈ ਕਿ ਕੰਟੈਂਪਰਰੀ ਲਿਟਰੇਚਰ ਨੂੰ ਥਾਂ ਮਿਲਦੀ ਹੈ, ਅੰਗਰੇਜ਼ੀ 'ਚ ਨਹੀਂ ਮਿਲਦੀ। ਸੋ ਅਸੀਂ ਐਕਚੁਅਲੀ ਦੋਨੋਂ ਪਾਸੇ ਮਾਰੇ ਹੋਏ। ਲੋਕ ਦੇਖਦੇ ਵੀ ਅੰਗਰੇਜ਼ੀ ਬਾਰੇ ਬੜੇ ਫਾਇਦੇ 'ਚ ਹੈ, ਅਸੀਂ ਇਸ ਕਰਕੇ ਮਾਰੇ ਹੋਏ। ਇੱਕ ਪਾਸੇ ਤਾਂ ਸਾਡੀ ਡੋਮੇਨ ਦਾ ਐਂਡ ਹੀ ਕੋਈ ਨਹੀਂ ਹੈ ਨਾ। ਇੰਗਲਿਸ਼ ਸਪੀਕਿੰਗ ਦੁਨੀਆ ਸਾਨੂੰ, ਹਿੰਦੁਸਤਾਨ ਦੇ ਅੰਗਰੇਜ਼ੀ ਲਿਖਣ ਵਾਲਿਆਂ ਨੂੰ ਆਊਟਸਾਈਡਰ ਮੰਨਦੀ ਹੈ। ਹਿੰਦੁਸਤਾਨ ਦੀਆਂ ਭਾਸ਼ਾਵਾਂ ਬਾਰੇ ਸਾਨੂੰ ਕਹਿੰਦੇ ਇਹ ਤਾਂ ਅੰਗਰੇਜ਼ੀ ਵਾਲੇ, ਨਾ ਅਸੀਂ ਇੱਧਰ ਦੇ ਨਾ ਉੱਧਰ ਦੇ। ਪਰ ਇਹਦੇ 'ਚ ਆਪਣਾ ਸਵਾਦ ਹੈ ਨਾ। ਨਹੀਂ, ਉਹ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਆ ਪੰਜਾਬੀ ਨੂੰ ਐਨਰਿਚ ਕਰਨ ਦਾ, ਅਮੀਰ ਕਰਨ ਦਾ, ਕਿ ਇੱਕ ਪੁਲ ਬਣੇ ਹੋ, ਕਿਉਂਕਿ ਤੁਸੀਂ ਸੈਮੀਨਾਰਾਂ ਰਾਹੀਂ ਵੀ, ਅਨੁਵਾਦ ਰਾਹੀਂ ਵੀ, ਔਰ ਬਹੁਤ ਸਾਰੇ ਜਿਹੜੇ ਤੁਸੀਂ ਟਾਕਸ ਹੈਗੀਆਂ ਤੁਹਾਡੀਆਂ ਉਹ ਦਿੰਦੇ ਹੋ, ਔਰ ਪੰਜਾਬੀ 'ਚ ਖਾਸ ਤੌਰ 'ਤੇ ਟ੍ਰਿਬਿਊਨ 'ਚ ਲਗਾਤਾਰ ਪਿਛਲੇ ਸਮੇਂ ਤੋਂ ਲਿਖ ਰਹੇ ਹੋ। ਤੁਹਾਡੇ ਜਿਹੜੇ ਲੇਖ ਬਹੁਤ ਇੱਕ ਸਦਰ, ਮੈਂ ਤਾਂ ਕਹਿੰਦਾ ਹੁੰਦਾ ਅੰਬਰ ਵੱਲ ਖੁੱਲ੍ਹਦੀ ਖਿੜਕੀ ਆ, ਅਤੇ ਏਡਾ ਖੂਬਸੂਰਤ ਤੁਸੀਂ ਲਿਖਦੇ ਹੋ। ਨਹੀਂ ਤਾਂ ਪੰਜਾਬੀ ਖਾਸ ਕਰਕੇ ਸਮੀਖਿਆ ਦੀ ਭਾਸ਼ਾ ਤੋਂ ਬਹੁਤ ਆਮ ਪਾਠਕ ਤੋਂ ਦੂਰ ਹੋ ਗਈ ਸੀ, ਪਰ ਤੁਸੀਂ ਉਹ ਤੋਂ ਵਿੱਥ ਬਣਾ ਕੇ ਉਹਨੂੰ ਸਰਲ ਅਤੇ ਇੱਕ ਆਮ ਪਾਠਕ ਤੱਕ ਔਖੀ ਗੱਲ ਸੌਖੇ ਸ਼ਬਦਾਂ 'ਚ ਸਮਝ ਲੱਗੇ। ਉਹ ਵਿੱਥ ਮੈਂ ਬਣਾਈ ਨਹੀਂ, ਉਹ ਬਣ ਗਈ। ਉਹ ਸ਼ਾਇਦ ਉਸੇ ਕਰਕੇ ਜੋ ਮੈਂ ਕਹਿ ਰਿਹਾ ਨਾ ਕਿ ਮੈਂ ਆਊਟਸਾਈਡਰ ਹਾਂ।
ਸਿਰਫ ਇਹ ਹੈ ਕਿ ਪਾਠਕਾਂ ਨੇ, ਕੁਝ ਦੋਸਤਾਂ ਨੇ, ਕੁਝ ਇੱਦਾਂ ਸੰਪਾਦਕਾਂ ਨੇ ਮਤਲਬ ਮੈਨੂੰ ਪੜ੍ਹਿਆ ਤੇ ਮੈਨੂੰ ਥਾਂ ਦਿੱਤੀ। ਤੇ ਮੈਂ ਤਾਂ ਇਹ ਕਹਾਂਗਾ ਕਿ ਪੰਜਾਬੀ ਨੂੰ ਤਾਂ ਆਊਟਸਾਈਡਰਸ ਦੀ ਬਹੁਤ ਲੋੜ ਹੈ, ਬਹੁਤ ਲੋੜ ਹੈ, ਸਾਰਿਆਂ ਨੂੰ ਹੈ। ਤੇ ਬਿਲਕੁਲ, ਖਾਸ ਮਤਲਬ ਕਰਕੇ ਇੱਦਾਂ ਵੀ ਸਾਨੂੰ ਆਪਣੀ ਭਾਸ਼ਾ, ਆਪਣੇ ਸੱਭਿਆਚਾਰ ਦੇ ਵਿੱਚ ਬਾਹਰ ਦੇ ਬੰਦਿਆਂ ਨੂੰ ਬੁਲਾਉਣਾ ਚਾਹੀਦਾ ਹੈ। ਇਸ ਲਈ ਜਿਹੜੀ ਹੈ ਨਾ ਕਿ ਇਮੀਗ੍ਰੇਸ਼ਨ ਪਾਲਿਸੀ ਦੇ ਉੱਪਰ ਮੈਨੂੰ ਬੜੀ ਸਮੱਸਿਆ ਹੁੰਦੀ ਹੈ ਵੀ ਇਹ ਕੀ ਗੱਲ ਬਣੀ ਕਿ ਤੁਸੀਂ ਇੱਥੇ ਆ ਸਕਦੇ ਹੋ, ਨਹੀਂ ਆ ਸਕਦੇ। ਬੇਸ਼ੱਕ ਇੱਕ ਸੋਵਰਨ ਨੇਸ਼ਨ ਸਟੇਟ ਦੀ ਮਰਜ਼ੀ ਹੈ ਵੀ ਕਿਹਨੂੰ ਆਉਣ ਦੇਣਾ, ਕਿਹਨੂੰ ਨਹੀਂ ਆਉਣ ਦੇਣਾ, ਪਰ ਪੰਛੀਆਂ ਦੀ ਤਰ੍ਹਾਂ ਬੰਦਿਆਂ ਲਈ ਦੁਨੀਆ ਖੁੱਲੀ ਹੋਣੀ ਚਾਹੀਦੀ, ਜਿਹੜਾ ਜਿੱਥੇ ਮਰਜ਼ੀ ਜਾਵੇ। ਤੇ ਆਖਰ 'ਚ ਸਰ ਤੁਸੀਂ ਪੰਜਾਬੀ ਪਾਠਕਾਂ ਨੂੰ ਕੋਈ ਗੱਲ ਕਹਿਣੀ ਚਾਹੋ, ਲੇਖਕਾਂ ਨੂੰ ਗੱਲ ਕਹਿਣੀ ਚਾਹੋ, ਖਾਸ ਕਰਕੇ ਪੰਜਾਬੀ ਪਾਠਕਾਂ ਨੂੰ ਤੇ ਲੇਖਕਾਂ ਨੂੰ, ਜੋ ਤੁਸੀਂ ਮਹਿਸੂਸ ਕਰਦੇ ਹੋ? ਇਹ ਹੈ ਜੀ ਕਿ ਹੋਰ ਭਾਸ਼ਾਵਾਂ ਨੂੰ ਪੜ੍ਹੋ, ਔਰ ਅਗਰ ਪੜ੍ਹਦਿਆਂ ਸ਼ੁਰੂ ਕਰਦੇ ਹੋਏ ਮੁਸ਼ਕਿਲ ਆਉਂਦੀ ਹੈ ਤਾਂ ਇਸ ਕਰਕੇ ਨਾ ਛੱਡ ਜਾਓ ਕਿ ਮੁਸ਼ਕਿਲ ਹੈ। ਯਾਦ ਕਰੋ ਕਿ ਜਦੋਂ ਤੁਸੀਂ ਪੰਜਾਬੀ ਪੜ੍ਹਨੀ ਸ਼ੁਰੂ ਕੀਤੀ ਸੀ ਮੁਸ਼ਕਿਲ ਸੀ, ਜਦੋਂ ਲਿਖਣੀ ਸ਼ੁਰੂ ਕੀਤੀ ਬਹੁਤ ਮੁਸ਼ਕਿਲ ਸੀ, ਜਦੋਂ ਠੀਕ ਲਿਖਣੀ ਸ਼ੁਰੂ ਕੀਤੀ ਹੋਰ ਵੀ ਮੁਸ਼ਕਿਲ ਸੀ। ਜਿਹੜੀ ਭਾਸ਼ਾ ਤੁਹਾਨੂੰ ਆਉਂਦੀ ਹੈ, ਜਿਹਦੇ ਤੁਹਾਨੂੰ ਲੱਗਦਾ ਮਹਾਰਤ ਹੈ, ਉਹ ਵੀ ਕੋਈ ਤੁਸੀਂ ਸੌਖਿਆਂ ਨਹੀਂ ਹਾਸਲ ਕੀਤੀ, ਜੀ ਜੀ, ਬਹੁਤ ਔਖੀ ਹੈ। ਹੁਣ ਇਸ ਵੇਲੇ ਫਾਇਦਾ ਇਹ ਹੈ ਕਿ ਇੱਕ ਭਾਸ਼ਾ ਸਾਨੂੰ ਆਉਂਦੀ ਹੈ, ਉਹਦੇ ਆਧਾਰ 'ਤੇ ਉਹਦੀ ਨੀਂਹ 'ਤੇ ਦੂਜੀ ਭਾਸ਼ਾ ਖੜੀ ਕਰਨੀ, ਕੋਈ ਔਖਾ ਕੰਮ ਨਹੀਂ। ਕੋਈ ਵੀ ਨਵੀਂ ਭਾਸ਼ਾ ਸਿੱਖਣਾ 6 ਮਹੀਨੇ ਦੀ ਗੱਲ ਹੁੰਦੀ ਹੈ, ਉਹਦੇ ਨਾਲ ਤੁਸੀਂ ਆਪਣਾ ਪੜ੍ਹਨਾ ਸ਼ੁਰੂ ਕਰ ਦਿੰਦੇ ਹੋ। ਦੂਜੇ ਪਾਸੇ ਭਾਸ਼ਾ ਦੇ ਉੱਪਰ ਮਾਸਟਰੀ ਸਾਰੀ ਉਮਰ ਨਹੀਂ ਹੁੰਦੀ। ਮੈਂ ਲਿਟਰੇਚਰ ਨੂੰ ਉਹ ਲਿਖਿਆ ਕਿੱਦਾਂ ਜਾਂਦਾ ਇਸ ਪੱਖੋਂ ਪਿਛਲੇ ਕਈ ਸਾਲਾਂ ਤੋਂ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ, ਅਤੇ ਮੈਨੂੰ ਲੱਗਦਾ ਕਿ ਹੁਣ ਮੈਂ ਸ਼ੁਰੂ ਕਰ ਸਕਿਆ। ਸੱਚੀ ਗੱਲ ਕਿ ਮੈਨੂੰ ਥੋੜ੍ਹਾ ਬਹੁਤ ਹੁਣ ਪੜ੍ਹਨਾ ਆ ਗਿਆ। ਜਦੋਂ ਮੈਂ ਕਿਤੇ ਗੱਲ ਕਰਦਾ ਨਾ ਵਿਦਿਆਰਥੀਆਂ ਨਾਲ ਜਾਂ ਦੋਸਤਾਂ ਨਾਲ, ਤਾਂ ਉਹ ਕਹਿੰਦੇ ਵੀ ਇਹ ਪਤਾ ਨਹੀਂ ਐਵੇਂ ਗੱਪ ਮਾਰਦਾ, ਝੂਠ ਬੋਲਦਾ। ਇਮਾਨਦਾਰੀ ਨਾਲ ਗੱਲ ਇਹ ਵੀ ਸੱਚਮੁੱਚ ਹੁਣ ਲੱਗਦਾ ਹੈ ਕਿ ਪੜ੍ਹਾਈ ਕਰਨੀ ਅਤੇ ਪੜ੍ਹਾਉਣਾ ਤਾਂ ਹੁਣ ਸਮਝ ਆਉਣ ਲੱਗਾ ਹੈ। ਅਤੇ ਉੱਥੇ ਅਰਸਤੂ ਦੀ ਗੱਲ ਮੈਨੂੰ ਫਿਰ ਯਾਦ ਆਉਂਦੀ ਹੈ। ਉਹ ਕਹਿੰਦਾ ਹੁੰਦਾ ਸੀ ਕਿ ਬੰਦਾ ਜਵਾਨ 50 ਸਾਲ ਦੀ ਉਮਰ ਤੋਂ ਬਾਅਦ ਹੁੰਦਾ। ਕਿਉਂ? ਕਿਉਂਕਿ ਜਿਹੜੇ ਉਹਦੇ ਐਲੀਮੈਂਟ ਹੈ ਨਾ ਪਲੇਟੋ ਤੋਂ ਲਏ ਹੋਏ ਨੇ ਕਿ ਸਾਡੇ ਤੱਤ ਕਿਹੜੇ, ਉਹਨਾਂ 'ਚੋਂ ਇੱਕ ਇੰਟੈਲੈਕਟ ਹੈ, ਇੱਕ ਇਮੋਸ਼ਨ ਹੈ, ਇੱਕ ਐਪੀਟਾਈਟਸ ਹੈ ਨਾ, ਫਿਰ ਬੋਡੀ ਹੈ। ਐਪੀਟਾਈਟਸ ਤਾਂ ਬੋਡੀ ਦਾ ਐਨੀਮਲ ਹੈ, ਚਿੜੀਆਂ ਵੀ ਖੁਸ਼ ਹੁੰਦੀਆਂ। ਇਮੋਸ਼ਨ ਕੁੱਤਿਆਂ ਬਿੱਲੀਆਂ 'ਚ ਵੀ ਹੁੰਦੇ, ਖੋਤਿਆਂ 'ਚ ਵੀ ਹੁੰਦੇ, ਸਾਡੇ ਕੋਈ ਖਾਸ ਗੱਲ ਤਾਂ ਹੈ ਨਹੀਂ। ਉਹ ਕਹਿੰਦਾ ਵੀ ਸਾਡੇ 'ਚ ਰੀਜ਼ਨ ਹੈ। ਉਹ ਰੀਜ਼ਨ ਕਹਿੰਦਾ ਕਿ ਤੁਹਾਡਾ ਖਿੜਦਾ ਹੈ 50 ਸਾਲ ਦੀ ਉਮਰ ਤੋਂ ਬਾਅਦ, ਉਹ ਵੀ ਜੇ ਤੁਸੀਂ ਉਹਨੂੰ ਮੌਕਾ ਦਿਓ, ਉਹਨੂੰ ਵਕਤ ਮਿਲੇ। ਜਿਸ ਦਾ ਮਤਲਬ ਹੈ ਕਿ ਹਿਊਮਨ ਬੀਇੰਗ ਦਾ ਪ੍ਰਾਈਮ 50 ਸਾਲ ਤੋਂ ਬਾਅਦ ਚੱਲਦਾ ਹੈ। ਸੋ ਮੈਨੂੰ ਲੱਗਦਾ ਠੀਕ ਗੱਲ ਸੀ ਕਿ ਸਾਨੂੰ ਸਮਝ ਆਉਣੀ ਗੱਲ ਤਾਂ ਹੁਣ ਜਾ ਕੇ ਸ਼ੁਰੂ ਹੁੰਦੀ ਹੈ। ਔਰ ਉੱਧਰੋਂ ਯੂਨੀਵਰਸਿਟੀਆਂ ਕਹਿੰਦੀਆਂ ਕਿ ਹੁਣ ਤੁਸੀਂ ਰਿਟਾਇਰ ਹੋ ਕੇ ਘਰ ਬੈਠੋ, ਅਸੀਂ ਹੁਣ ਬੁੱਢੇ ਹੋ ਗਏ। ਜਦੋਂ ਤੁਸੀਂ ਅਜੇ ਪੜ੍ਹਨਾ ਸ਼ੁਰੂ ਕਰਦੇ ਹੋ ਬੰਦ ਕਰਾ ਦਿੰਦੇ। ਜਦੋਂ ਫੁੱਲ ਖਿੜਦਾ ਤੇ ਉਸ ਤੋਂ ਬਾਅਦ ਕਹਿੰਦੇ ਆ ਕਿ ਹੁਣ ਇਸੇ ਕਰਕੇ ਤਾਂ ਇਹ ਮੰਨ ਕੇ ਚੱਲਣਾ ਚਾਹੀਦਾ ਵੀ ਸਾਡਾ ਅਸਲੀ ਜਿਹੜਾ ਕਰਮ ਖੇਤਰ ਹੈ ਨਾ, ਕਰਮ ਖੇਤਰ ਹੈ, ਉਹ ਅਕਾਦਮਿਕ ਖੇਤਰ ਤੋਂ ਬਾਹਰ ਹੈ। ਉਹਦੇ 'ਚ ਜਿਹੜਾ ਸਪਿਲ ਕਰਕੇ ਬਾਹਰ ਆ ਗਿਆ ਉਹ ਅਕਾਦਮਿਕ ਜਾਂਦਾ ਹੈ। ਸੋ ਜੇ ਅਸੀਂ ਇਹ ਮੰਨ ਕੇ ਚੱਲਦੇ ਨਾ 5 ਸਾਲਾਂ 'ਚ ਮੈਂ ਇੱਥੇ ਕੰਮ ਕਰਨਾ, ਮੈਂ ਇਸ ਥਾਂ 'ਤੇ ਪਹੁੰਚਣਾ, ਇਹ ਕੁਰਸੀ 'ਤੇ ਬਹਿਣਾ, ਇਸ ਅਕੈਡਮੀ ਦਾ ਮੈਂਬਰ ਬਣਨਾ, ਤਾਂ ਪ੍ਰਧਾਨ ਬਣਨਾ, ਜਾਂ ਇੱਥੇ ਪ੍ਰੋਫੈਸਰ ਬਣਨਾ, ਉੱਥੇ ਚੇਅਰ ਲੈਣੀ, ਤਾਂ ਉਹਦੇ ਨਾਲ ਕੁਛ ਨਹੀਂ ਬਣਦਾ। ਤੁਸੀਂ ਤਾਂ ਕੰਮ ਆਪਣੇ ਲਈ ਕਰਦੇ ਪਏ ਔਰ ਕੰਮ ਲਈ ਕਰਦੇ ਪਏ, ਬਾਕੀ ਤਾਂ ਸਾਰਾ ਫਾਲਤੂ। ਸੋ ਨੌਜਵਾਨ ਪਾਠਕ ਖਾਸ ਤੌਰ 'ਤੇ ਪੰਜਾਬੀ ਦੇ, ਮੈਂ ਕਹੂੰਗਾ ਵੀ ਹਿੰਦੀ, ਉਰਦੂ, ਜਰਮਨ ਤੁਸੀਂ ਘਰ ਬੈਠੇ ਆ ਕੇ ਪੜ੍ਹ ਲੈਂਦੇ ਹੋ, ਅੰਗਰੇਜ਼ੀ ਹੈ, ਪੜ੍ਹੋ। ਔਰ ਜਿੰਨਾ ਕਿ ਮੈਂ ਆਪ ਦੇਖਿਆ ਹੈ, ਮੇਰੇ ਅੰਗਰੇਜ਼ੀ ਦੇ ਜ਼ਿਆਦਾਤਰ ਵਿਦਿਆਰਥੀ ਪੰਜਾਬੀ 'ਚ ਲਗਾਤਾਰ ਪੜ੍ਹਦੇ ਵੀ ਲਿਖਦੇ ਵੀ, ਜਿਸ ਕਰਕੇ ਉਹਨਾਂ ਨੂੰ ਉਹਦਾ ਤਾਂ ਪੰਜਾਬੀ ਨੂੰ ਚੰਗਾ ਯੋਗਦਾਨ ਵੀ ਹੁੰਦਾ ਹੈ। ਔਰ ਅੰਗਰੇਜ਼ੀ ਦੀਆਂ ਕਿਤਾਬਾਂ ਨੂੰ ਜਿੰਨੇ ਪਿਆਰ ਨਾਲ, ਉਹ ਜਿੰਨੇ ਤਰੀਕੇ ਨਾਲ ਸਮਝਦੇ ਹੈ, ਉਹ ਕਦੀ ਅੰਗਰੇਜ਼ੀ ਪੜ੍ਹਨ ਵਾਲੇ ਨਹੀਂ ਸਮਝਦੇ। ਸੋ ਸਟੀਰੀਓਸਕੋਪਿਕ ਵਿਜ਼ਨ। ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਇਹਦੀਆਂ ਖੂਬਸੂਰਤ ਗੱਲਾਂ ਸਾਹਿਤ ਦੇ ਹਵਾਲੇ ਨਾਲ ਕੀਤੀਆਂ। ਤੇ ਅਸੀਂ ਫਿਰ ਕੋਈ ਸਬੱਬ ਬਣੇਗਾ, ਫਿਰ ਕਦੀ ਮਿਲ ਬੈਠਾਂਗੇ, ਹੋਰ ਗੱਲਾਂ ਕਰਾਂਗੇ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਸ਼ੁਕਰੀਆ।